ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਪਾਵਨ ਸ਼ਬਦ ਦੀ ਵਿਚਾਰ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਜੋ ਸਮਾਂ ਮਿਲ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ। ਰਹਾਉ। ਆਪ ਜੀ ਰੋਜ਼ਾਨਾ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਪਾਵਨ ਸ਼ਬਦ ਗੌੜੀ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 186 ਦੇ ਉੱਪਰ ਸੁਭਾਈਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਆਪ ਜੀ ਨੇ ਸਰਵਨ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ। ਬ੍ਰਹਮ ਗਿਆਨ ਜੋ ਹੈ, ਉਹਦੇ ਵਿੱਚ ਜੋ ਅੰਮ੍ਰਿਤ ਕੁੰਟ ਹੈ, ਅੰਮ੍ਰਿਤ ਦਾ ਰਸ ਜਿਹਦੇ ਵਿੱਚ ਭਰਿਆ ਹੈ, ਜਿਹਦੇ ਵਿੱਚ ਅੰਮ੍ਰਿਤ ਦਾ ਚਸ਼ਮਾ ਹੈ, ਇਹ ਜਿਹਨੂੰ ਪ੍ਰਾਪਤ ਹੁੰਦਾ ਹੈ, ਇਹ ਉਹਦਾ ਰਸ ਉਹੀ ਮਾਣਦਾ ਹੈ। ਅਸਲ ਵਿੱਚ ਗੁਰਬਾਣੀ ਗੁਰੂ ਸ਼ਬਦ ਸਾਨੂੰ ਇਸੇ ਲਈ ਬਖਸ਼ਿਆ ਹੈ ਕਿ ਅਸੀਂ ਉਸ ਅੰਮ੍ਰਿਤ ਕੁੰਟ ਤੱਕ ਪਹੁੰਚ ਸਕੀਏ। ਤੇ ਅੰਮ੍ਰਿਤ ਜੋ ਅੰਮ੍ਰਿਤਮਈ ਬਾਣੀ ਦੇ ਵਿੱਚ ਹੈ, ਔਰ ਉਹ ਅੰਮ੍ਰਿਤ ਜਿਹੜਾ ਸਾਡੇ ਹਿਰਦੇ ਦੇ ਵਿੱਚ ਹੈ। ਹੁਣ ਸਾਡੀ ਸੁਰਤ ਭਟਕ ਗਈ, ਮਨ ਸਾਡਾ ਚੰਚਲ ਹੋ ਗਿਆ, ਅੰਦਰ ਸਹਿਜ ਅਡੋਲਤਾ ਸਾਡੀ ਬਣੀ ਨਹੀਂ, ਹਰ ਵੇਲੇ ਅੰਦਰੋਂ ਡਾਵਾਂ ਡੋਲ ਹੈ, ਹਰ ਵੇਲੇ। ਤੇ ਜਿੰਨਾ ਅੰਦਰੋਂ ਡਾਵਾਂ ਡੋਲ ਹੋਏਗਾ, ਉਨਾ ਮਨ ਬੇਚੈਨ ਹੋਏਗਾ, ਤੇ ਜਿੰਨੀ ਬੇਚੈਨੀ ਵਧੇਗੀ ਉਨੀ ਚਿੰਤਾ ਵੀ ਵਧੇਗੀ। ਤੇ ਬੇਚੈਨੀ ਇਨਸਾਨ ਦੇ ਅੰਦਰ ਇੰਨੀ ਹੈ, ਚਿੰਤਾ ਇੰਨੀ ਹੈ, ਨਾ ਇਹਨੂੰ ਦਿਨ ਵੇਲੇ ਟਿਕਾ, ਨਾ ਇਹਨੂੰ ਰਾਤ ਵੇਲੇ ਟਿਕਾ, ਨਾ ਇਹਨੂੰ ਦਿਨ ਵਿੱਚ ਸੁੱਖ ਨਸੀਬ ਹੁੰਦਾ ਹੈ ਤੇ ਨਾ ਰਾਤ ਵਿੱਚ ਸੁੱਖ ਨਸੀਬ ਹੁੰਦਾ ਹੈ। ਇਸ ਮਨ ਦੀ ਬੇਚੈਨੀ ਦੇ ਵਿੱਚ ਮਨ ਭਟਕਿਆ ਫਿਰਦਾ ਹੈ। ਪਰ ਜਿਹੜੀ ਸਾਨੂੰ ਅੰਮ੍ਰਿਤ ਬਾਣੀ ਦਿੱਤੀ ਹੈ, ਉਹ ਸਹਿਜ ਵਾਸਤੇ ਦਿੱਤੀ ਹੈ, ਵੀ ਤੁਹਾਡੇ ਅੰਦਰ ਸਹਿਜ ਬਣੇ, ਅਡੋਲਤਾ ਬਣੇ, ਤੁਹਾਡੀ ਸੁਰਤ ਟਿਕ ਜਾਏ, ਤੁਹਾਡਾ ਮਨ ਟਿਕ ਜਾਏ, ਅੰਦਰ ਦੀਆਂ ਚਿੰਤਾਵਾਂ ਮੁੱਕ ਜਾਣ, ਇਹ ਬੇਚੈਨੀਆਂ ਇਹ ਖਤਮ ਹੋ ਜਾਣ। ਇਹ ਅੰਮ੍ਰਿਤ ਬਾਣੀ ਇਸੇ ਵਾਸਤੇ ਦਿੱਤੀ ਹੈ।
ਪਰ ਅਫਸੋਸ ਕਿ ਅਸੀਂ ਹਜੇ ਉਸ ਅਵਸਥਾ ਤੱਕ ਪਹੁੰਚ ਨਹੀਂ ਸਕੇ ਜਿਸ ਅਵਸਥਾ ਤੇ ਪਹੁੰਚਣ ਲਈ ਸਾਨੂੰ ਇਹ ਗੁਰਬਾਣੀ ਦਾ ਆਸਰਾ ਦਿੱਤਾ ਹੈ। ਇਹਨੂੰ ਅਸੀਂ ਕੇਵਲ ਤਨ ਤੱਕ ਹੀ ਸੀਮਤ ਰੱਖ ਲਿਆ। ਬਾਹਰੀ ਤੌਰ ਤੇ ਹੀ ਅਸੀਂ ਗੁਰਬਾਣੀ ਨੂੰ ਸੀਮਤ ਰੱਖ ਲਿਆ। ਇਸੇ ਲਈ ਗੁਰਬਾਣੀ ਨਾਲ ਜੁੜਿਆਂ ਦੀ ਮਨ ਬੇਚੈਨ ਰਹਿੰਦਾ ਹੈ, ਚਿੰਤਾ ਰਹਿੰਦੀ ਹੈ, ਫਿਕਰ ਲੈਂਦਾ ਹੈ, ਅੰਦਰ ਮਨ ਡੋਲਦਾ ਰਹਿੰਦਾ ਹੈ, ਸੁਰਤ ਭਟਕਦੀ ਰਹਿੰਦੀ ਹੈ। ਹਾਲਾਂਕਿ ਸਾਡੇ ਅੰਦਰ ਵੀ ਅੰਮ੍ਰਿਤ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਨਮੁਖਾਂ ਸਾਧ ਨਾ ਪਾਇਆ। ਮਨਮੁਖ ਹੋਣ ਕਰਕੇ ਉਹਦਾ ਸਵਾਦ ਨਹੀਂ ਆ ਰਿਹਾ, ਉਹਦਾ ਰਸ ਨਹੀਂ ਆ ਰਿਹਾ। ਮਨਮੁਖ ਤੋਂ ਭਾਵ ਕਿ ਮਨ ਨੇ ਮੁਖ ਸੰਸਾਰ ਵੱਲ ਕੀਤਾ ਹੋਇਆ ਹੈ। ਤੇ ਜਦੋਂ ਇਸ ਮਨ ਦਾ ਮੁਖ ਨਿਰੰਕਾਰ ਵੱਲ ਹੋਏਗਾ ਫਿਰ ਅੰਮ੍ਰਿਤ ਰਸ ਮਿਲਣਾ, ਫਿਰ ਸਹਿਜ ਹੈ, ਫਿਰ ਅਡੋਲਤਾ ਹੈ। ਹਜੇ ਮਨ ਦਾ ਮੁਖ ਸੰਸਾਰ ਦੇ ਵੱਲ ਹੈ, ਇਸ ਲਈ ਮਨ ਮੁਖਾਂ ਸਾਧ ਨਾ ਪਾਇਆ। ਇਹਨੂੰ ਇਹ ਸਵਾਦ ਨਹੀਂ ਆ ਰਿਹਾ, ਇਹਨੂੰ ਇਹ ਰਸ ਨਹੀਂ ਆ ਰਿਹਾ। ਪੁੱਛਿਆ ਕਿਸ ਤਰ੍ਹਾਂ? ਉਦਾਹਰਣ ਦਿੱਤੀ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ, ਭਰਮ ਭੁਲਾਇਆ। ਜਿਸ ਤਰ੍ਹਾਂ ਹਿਰਨ ਕਸਤੂਰੀ ਨਹੀਂ ਜਾਣਦਾ ਜਿਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ, ਉਹ ਭਰਮ ਵਿੱਚ ਪਿਆ ਭਟਕਦਾ ਰਹਿੰਦਾ ਹੈ। ਸਾਡੀ ਹਾਲਤ ਵੀ ਉਸ ਹਿਰਨ ਦੀ ਤਰ੍ਹਾਂ ਹੈ। ਸਭ ਕੁਝ ਘਰ ਮੈਂ ਬਾਹਰ ਨਹੀਂ, ਸਭ ਕੁਝ ਘਰ ਦੇ ਅੰਦਰ ਹੀ ਹੈ, ਬਾਹਰ ਨਹੀਂ। ਪਰ ਅਸੀਂ ਬਾਹਰ ਉਹਨੂੰ ਟੋਲ ਰਹੇ ਹਾਂ, ਲੱਭ ਰਹੇ ਹਾਂ। ਤੇ ਬਾਹਰ ਜਿਹੜੀ ਭਟਕਣਾ ਹੈ ਇਹ ਸਾਨੂੰ ਅਗਾਂਹ ਤੋਂ ਅਗਾਂਹ ਲੈ ਜਾਏਗੀ, ਪਰ ਸਾਡੇ ਅੰਦਰ ਕਦੇ ਸਹਿਜ ਨਹੀਂ ਆਏਗਾ। ਬਾਹਰ ਟੋਲੇ ਸੋ ਭਰਮ ਭੁਲਾਈ। ਬਾਹਰ ਤੇ ਭਰਮ ਹੀ ਭਰਮ ਨੇ, ਭੁਲੇਖੇ ਹੀ ਭੁਲੇਖੇ ਨੇ। ਤੁਸੀਂ ਇੱਕ ਕਦਮ ਬਾਹਰ ਦੀ ਦੁਨੀਆ ਵਿੱਚ ਰੱਖੋ, ਭੁਲੇਖੇ ਪਾਉਣ ਵਾਲੇ ਹਜ਼ਾਰਾਂ ਮਿਲ ਜਾਣਗੇ। ਇਹ ਗੁਰਬਾਣੀ ਇਸੇ ਵਾਸਤੇ ਸਾਨੂੰ ਦਿੱਤੀ ਹੈ ਕਿ ਇਹਦੇ 'ਚ ਅੰਮ੍ਰਿਤ ਰਸ ਹੈ। ਇਸ ਰਸ ਦੇ ਰਾਹੀਂ ਤੂੰ ਆਪਣੇ ਅੰਦਰ ਦੇ ਰਸ ਦੀ ਪ੍ਰਾਪਤੀ ਕਰ, ਉੱਥੇ ਤੱਕ ਤੇਰੀ ਪਹੁੰਚ ਬਣੇਗੀ। ਸਹਿਜ ਕਥਾ, ਕਥਾ ਉਹਦੀ ਸਿਫਤ, ਉਹਦੀ ਵਡਿਆਈ, ਉਹਦੀ ਉਸਤਤ। ਵੈਸੇ ਤੇ ਕਥਾ ਦਾ ਰੂਪ ਹੀ ਅੱਜ ਦੇ ਸਮੇਂ ਵਿੱਚ ਬਦਲ ਗਿਆ। ਦੁਨਿਆਵੀ ਬਾਤਾਂ, ਦੁਨਿਆਵੀ ਗੱਲਾਂ ਜਿਹੜੀਆਂ ਨੇ ਉਹ ਰਹਿ ਗਈਆਂ। ਅਸਲ 'ਚ ਗੁਰਬਾਣੀ ਦੀ ਉਸਤਤ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਅਸੀਂ ਉਹਨੂੰ ਲੈ ਕੇ ਚੱਲੀਏ ਤੇ ਅੰਮ੍ਰਿਤ ਕੁੰਟ ਤੱਕ ਪਹੁੰਚ ਜਾਵਾਂਗੇ। ਜਿਹੜਾ ਅੰਮ੍ਰਿਤ ਦਾ ਕੁੰਟ ਹੈ, ਸਹਿਜ ਕਥਾ ਕੇ ਅੰਮ੍ਰਿਤ ਕੁੰਟਾ। ਜਿਹੜੀ ਇਹ ਰੱਬੀ ਬਾਣੀ ਸਹਿਜ ਵਾਲੀ ਬਾਣੀ ਹੈ, ਇਹਦੇ ਵਿੱਚ ਅੰਮ੍ਰਿਤ ਦੇ ਕੁੰਟ ਨੇ, ਅੰਮ੍ਰਿਤ ਦੇ ਚਸ਼ਮੇ ਇਹਦੇ ਵਿੱਚ ਵਹਿੰਦੇ ਨੇ। ਇਹਦੇ ਵਿੱਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਅੰਮ੍ਰਿਤ ਦੀ ਧਾਰ ਜਿਹੜੀ ਹੈ ਉਹ ਵਰਸ ਰਹੀ ਹੈ, ਪਰ ਇਹ ਪੈਣੀ ਮਨ ਤੇ ਚਾਹੀਦੀ ਹੈ। ਇਸ ਸਹਿਜ ਦੇ ਅੰਮ੍ਰਿਤ ਦੇ ਕੁੰਟ ਦੇ ਵਿੱਚ ਮਨ ਨੇ ਜੁੜਨਾ, ਤਨ ਨੇ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਿਹਨੂੰ ਇਹ ਪ੍ਰਾਪਤ ਹੋਇਆ ਹੈ ਉਹਨੇ ਹੀ ਇਹਦਾ ਆਨੰਦ ਮਾਣਿਆ ਹੈ, ਉਹਨੇ ਹੀ ਇਹਦਾ ਰਸ ਜਿਹੜਾ ਉਹ ਮਾਣਿਆ ਹੈ, ਜਿਹਨੂੰ ਇਹ ਪ੍ਰਾਪਤ ਹੋਇਆ। ਬ੍ਰਹਮ ਗਿਆਨ ਦੇ ਅੰਮ੍ਰਿਤ ਕੁੰਟ ਨੂੰ ਜਿਹਨੇ ਪਾਇਆ ਉਹਨੂੰ ਪਤਾ ਹੈ। ਜਾਂ ਜਿਹਨੂੰ ਕਬੀਰ ਸਾਹਿਬ ਨੇ ਕਿਹਾ, ਜਿਨ ਇਹ ਚਾਖੀ ਸੋਈ ਜਾਣੈ ਗੂੰਗਾ ਕੀ ਮਠਿਆਈ। ਇਸ ਅੰਮ੍ਰਿਤ ਕੁੰਟ ਤੱਕ ਜਿਹੜਾ ਪਹੁੰਚਿਆ ਹੈ, ਇਹ ਉਹੀ ਜਾਣਦਾ ਹੈ ਕਿ ਇਹਦਾ ਰਸ ਕੀ ਹੈ।
सहज कथा के अमृत कुंटा, जिस है प्रापत तिस लै पुंचा। पुंचा मैंने इनू मानना, इस रस नू मानना। उन्हां ने ही इस रस नू माणिया है अमृत नू दे, जिन्हां ने सहज विच अडोलता विच आके इस अमृत कुंट तक पहुंचना कीता। ये रहाओ वाली पंक्ति विच सतगुरु गुरु अर्जन देव महाराज ने किरपा कीती है। अगम रूप का मन मह थाना, गुर प्रसाद किन विरल जाना। हुण रहाओ केंद्री भाव है, शब्द का जो भाव उहदे विच महाराज ने कहा कि ਜਦੋਂ ਤੁਸੀਂ ਸਹਿਜ ਵਿੱਚ ਆਓਗੇ, ਉਹਦੀ ਕਥਾ ਉਹਦੀ ਸਿਫਤ ਕਰਦਿਆਂ ਤੁਹਾਨੂੰ ਅੰਮ੍ਰਿਤ ਕੁੰਟ ਮਿਲੇਗਾ। ਤੇ ਜਿਹਨੂੰ ਇਹ ਅੰਮ੍ਰਿਤ ਕੁੰਟ ਮਿਲਿਆ ਉਹਨੇ ਇਹਦਾ ਰਸ ਮਾਣਿਆ ਹੈ, ਉਹਨੇ ਇਹਨੂੰ ਪੁੰਚਿਆ ਹੈ। ਹੁਣ ਪੁੱਛਿਆ ਮਹਾਰਾਜ ਜੀ ਤੁਸੀਂ ਕਹਿੰਦੇ ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ, ਇਹ ਪ੍ਰਾਪਤ ਹੋਇਆ ਕਿਨੂੰ ਹੈ? ਇਹਦੀ ਪ੍ਰਾਪਤੀ ਜਿਹੜੀ ਆ ਉਹ ਕਿਨੇ ਕੀਤੀ ਹੈ? ਤਾਂ ਫਿਰ ਗੁਰੂ ਸਾਹਿਬ ਜੀ ਸ਼ਬਦ ਦੀ ਆਰੰਭਤਾ ਦੇ ਪਹਿਲੇ ਪਦੇ ਵਿੱਚ ਆਖਦੇ ਨੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ। ਕੋਈ ਵਿਰਲਾ ਹੀ ਹੈ, ਸਾਰੇ ਨਹੀਂ। ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਜਿਹਨੇ ਗੁਰੂ ਦੇ ਹੁਕਮ ਵਿੱਚ ਤੁਰਨਾ ਕੀਤਾ, ਜਿਹੜਾ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਿਆ। ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਮਾਰਗ ਦਰਸ਼ਨ ਕਰਵਾਇਆ ਉਹ ਅੰਮ੍ਰਿਤ ਕੁੰਟ ਵੱਲ ਜਾਂਦਾ ਹੈ। ਔਰ ਜਿਹੜਾ ਅੰਮ੍ਰਿਤ ਅਸੀਂ ਲੈਣਾ ਉਹ ਗੁਰੂ ਕਿਰਪਾ ਨਾਲ ਹੀ ਮਿਲਣਾ, ਉਹ ਐਰੇ ਗੈਰੇ ਤੋਂ ਨਹੀਂ ਮਿਲਣਾ। ਪਰ ਜਿਵੇਂ ਉਹ ਹਿਰਨ ਦੀ ਗੱਲ ਕੀਤੀ ਹੈ ਵੀ ਭਰਮ ਦਾ ਭਰਮ ਭੁਲਾਇਆ, ਸਾਡੀ ਹਾਲਤ ਵੀ ਇਦਾਂ ਹੀ ਹੈ। ਸਾਨੂੰ ਕੋਈ ਸ਼ਰਬਤ ਪਿਆ ਕੇ ਕਵੇ ਇਹ ਅੰਮ੍ਰਿਤ ਕੁੰਟ ਵਿੱਚੋਂ ਲਿਆਂਦਾ ਅੰਮ੍ਰਿਤ ਹੈ, ਅਸੀਂ ਪੀ ਕੇ ਖੁਸ਼ ਹੋ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਵੀ ਵਾਹ ਇਹ ਅੰਮ੍ਰਿਤ ਸਾਨੂੰ ਪੀਣ ਨੂੰ ਮਿਲ ਗਿਆ, ਹੋਵੇ ਭਾਵੇਂ ਸ਼ਰਬਤ ਹੀ। ਕਿਉਂਕਿ ਭਰਮ ਹੈ ਨਾ, ਨਹੀਂ ਪਤਾ ਉਹ ਅੰਮ੍ਰਿਤ ਰਸ ਕਿੱਦਾਂ ਦਾ ਹੈ। ਤੋ ਜਿਨੇ ਗੁਰੂ ਦੇ ਦੱਸੇ ਮਾਰਗ ਤੇ ਤੁਰਨਾ ਕੀਤਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਗੁਰੂ ਨੇ ਕਿਰਪਾ ਕਰਕੇ ਜਿਹਦੇ ਮਨ ਵਿੱਚ ਸੱਚ ਸੱਚੇ ਨਾਮ ਨੂੰ ਵਸਾ ਦਿੱਤਾ, ਉਹਨੇ ਇਸ ਅੰਮ੍ਰਿਤ ਨੂੰ ਗੁਰੂ ਕਿਰਪਾ ਨਾਲ ਪਾਇਆ। ਜੇ ਅਸੀਂ ਖੰਡੇ ਦੀ ਪਹੁਲ 20 ਪਿਆਰਿਆਂ ਤੋਂ ਲੈਂਦੇ ਹਾਂ, ਇਹਦੇ ਵਿੱਚ ਵੀ ਗੁਰੂ ਦੀ ਕਿਰਪਾ ਹੈ। ਇਹ ਗੁਰੂ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਇਆ। ਪਰ ਸਮਝ ਨਾ ਹੋਣ ਕਰਕੇ ਅੱਜ ਵੀ ਲੋਕ ਭਟਕ ਰਹੇ ਨੇ। ਸੋਝੀ ਨਾ ਹੋਣ ਕਰਕੇ ਇਹਨੂੰ ਪਾਬੰਦੀ ਸਮਝ ਲੈਂਦੇ ਆ ਵੀ ਖੰਡੇ ਦੀ ਪੌਲ ਲੈ ਲਾਂਗੇ, ਪਤਾ ਨਹੀਂ ਕਿੱਡੀ ਵੱਡੀ ਪਾਬੰਦੀ ਲੱਗ ਜਾਣੀ ਹੈ। ਸਾਨੂੰ ਕਿੰਨੀ ਪਾਬੰਦੀ ਵਿੱਚ ਰਹਿਣਾ ਪਏਗਾ। ਇਹਦਾ ਮਤਲਬ ਜੇ ਪਾਬੰਦੀ ਸਮਝਦੇ ਹੋ ਅਖੰਡੇ ਦੀ ਪੌਲ ਨੂੰ, ਫਿਰ ਸਾਨੂੰ ਉਸ ਅੰਮ੍ਰਿਤ ਦੀ ਸੋਝੀ ਨਹੀਂ, ਸਾਨੂੰ ਉਸ ਅੰਮ੍ਰਿਤ ਦਾ ਗਿਆਨ ਨਹੀਂ ਹੈ। ਤਾਂ ਹੀ ਤੇ ਅਸੀਂ ਅੰਮ੍ਰਿਤ ਨੂੰ, ਖੰਡੇ ਦੀ ਪੌਲ ਨੂੰ, ਇਹ 5 ਕਕਾਰਾਂ ਨੂੰ ਹਜੇ ਪਾਬੰਦੀ ਹੋਈ ਸਮਝਦੇ ਹਾਂ। ਸਤਿਗੁਰੂ ਮਹਾਰਾਜ ਨੇ ਜਿਹੜਾ ਅੰਮ੍ਰਿਤ ਦਿੱਤਾ ਹੈ, ਤੇ ਕਈ ਵਾਰ ਜ਼ਿਕਰ ਕੀਤਾ, ਇਕੱਲੇ ਪਾਣੀ ਦਾ ਨਹੀਂ, ਗੁਰਬਾਣੀ ਦਾ ਅੰਮ੍ਰਿਤ ਦਿੱਤਾ ਹੈ। ਗੁਰਬਾਣੀ ਵਿੱਚ ਅੰਮ੍ਰਿਤ ਹੈ। ਉਸ ਅੰਮ੍ਰਿਤ ਰਸ ਨੂੰ ਗੁਰੂ ਦੀ ਕਿਰਪਾ ਨਾਲ ਹੀ ਪਾਇਆ ਜਾ ਸਕਦਾ ਹੈ, ਤੇ ਸਾਰੇ ਨਹੀਂ ਪਾ ਸਕਦੇ, ਵਿਰਲੇ ਨੇ ਜਿਨ੍ਹਾਂ ਨੇ ਪਾਇਆ। ਵਿਰਲੇ ਨੇ ਜਿਹੜੇ ਇਸ ਤੱਕ ਪਹੁੰਚੇ ਨੇ। ਅਗਮ ਰੂਪ ਕਾ ਮਨ ਮਹਿ ਥਾਨਾ, ਉਹ ਜਿਹੜਾ ਅਗਮ ਰੂਪ ਹੈ, ਅਪਹੁੰਚ, ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਜੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਤੇ ਹਜੇ ਤੱਕ ਤਾਂ ਸਾਡੀ ਆਪਣੇ ਹੀ ਮਨ ਤੱਕ ਪਹੁੰਚ ਨਹੀਂ ਬਣੀ, ਤੇ ਮਨ ਤੋਂ ਅਗਾਂਹ ਜਿਹੜਾ ਰੂਪ ਹੈ ਰੱਬੀ ਜੋਤ ਵਾਲਾ,
ਉੱਥੇ ਤੱਕ ਅਸੀਂ ਕਦੋਂ ਪਹੁੰਚਾਂਗੇ? ਹਜੇ ਤੇ ਬੰਦੇ ਨੂੰ ਆਪਣੇ ਮਨ ਦੀ ਹਾਲਤ ਹੀ ਨਹੀਂ ਪਤਾ ਵੀ ਮੇਰੇ ਮਨ ਦੀ ਹਾਲਤ ਕੀ ਹੈ, ਮਨ ਕੀ ਹੈ, ਇਹ ਮਨ ਦੀ ਅਵਸਥਾ ਕੀ ਹੈ। ਹਜੇ ਤੇ ਇੱਥੇ ਹੀ ਨਹੀਂ ਆਪਾਂ ਪਹੁੰਚ ਪਾਏ, ਕਿਉਂਕਿ ਹਜੇ ਸਰੀਰ ਚੋਂ ਨਹੀਂ ਨਾ ਨਿਕਲ ਸਕੇ। ਇਹ ਜਿਹੜੇ 9 ਦੁਆਰੇ ਸੀ, ਹਜੇ ਇਹਨਾਂ ਚੋਂ ਹੀ ਆਉਣਾ ਜਾਣਾ ਸਾਡਾ ਹੋ ਰਿਹਾ ਹੈ। ਸੁਰਤ ਜਾਂਦੀ ਹੈ ਪਰ ਫਿਰ ਦੂਜੇ ਦਰਵਾਜ਼ੇ ਤੋਂ ਬਾਹਰ ਆ ਜਾਂਦੀ ਹੈ। ਧਿਆਨ ਟਿਕਣ ਦੀ ਕੋਸ਼ਿਸ਼ ਅੰਦਰ ਹੁੰਦੀ ਹੈ ਵੀ ਧਿਆਨ ਟਿਕ ਜਾਏ, ਪਰ ਕਦੇ ਅੱਖਾਂ ਰਾਹੀਂ ਧਿਆਨ ਬਾਹਰ ਆ ਜਾਂਦਾ ਹੈ, ਕਦੇ ਕੰਨਾਂ ਰਾਹੀਂ। ਇਸ ਲਈ ਹਜੇ ਤੇ ਮਨ ਨੂੰ ਨਹੀਂ ਅਸੀਂ ਸਮਝ ਸਕੇ। ਮਨ ਤੂੰ ਜੋਤ ਸਰੂਪ ਹੈ, ਇਹ ਮਨ ਤੂੰ ਜੋਤ ਸਰੂਪ ਹੈ, ਹਜੇ ਹੀ ਨਹੀਂ ਸਮਝ ਸਕੇ। ਤੇ ਉਹ ਜਿਹੜਾ ਜੋਤ ਰੂਪ, ਜਿਹਨੂੰ ਅਗੰਮ ਰੂਪ ਕਿਹਾ ਹੈ, ਜੋ ਮਨ ਦੇ ਵਿੱਚੋਂ ਹੋ ਕੇ ਉੱਥੇ ਤੱਕ ਉਹ ਰਸਤਾ ਜਾਂਦਾ ਹੈ। ਮਨ ਤੋਂ ਬਗੈਰ ਉੱਥੇ ਤੱਕ ਪਹੁੰਚਿਆ ਵੀ ਨਹੀਂ ਜਾਣਾ। ਇਸੇ ਲਈ ਕਾਬੂ ਮਨ ਨੂੰ ਕਰਨਾ, ਸਮਝਾਉਣਾ ਮਨ ਨੂੰ ਹੈ, ਮਨ ਨੂੰ ਹੀ ਸਿੱਧੇ ਰਾਹ ਤੇ ਪਾਉਣਾ। ਸਰੀਰ ਨਹੀਂ ਭਟਕਿਆ, ਭਟਕਿਆ ਮਨ ਹੈ। ਸਰੀਰ ਕੁਰਾਹੇ ਨਹੀਂ ਪਿਆ, ਮਨ ਕੁਰਾਹੇ ਪਿਆ। ਭੁੱਲਿਆ ਸਰੀਰ ਨਹੀਂ ਹੋਇਆ, ਭੁੱਲਿਆ ਮਨ ਹੋਇਆ। ਤੇ ਮਨ ਦੇ ਤਲ ਤੇ ਹੀ ਗੁਰਬਾਣੀ ਵਿੱਚ ਸਮਝਾਇਆ ਗਿਆ ਕਿ ਮਨ ਤੂੰ ਇਹ ਕੁਰਾਹੇ ਪੈ ਗਿਆ, ਇਸ ਰਾਹ ਨੂੰ ਛੱਡ ਤੇ ਅਸਲ ਰਾਹ ਤੇ ਤੁਰ। ਇਹ ਮਨ ਤੂੰ ਜਿਹੜੇ ਰਸ ਲੈ ਰਿਹਾ ਵਿਕਾਰਾਂ ਦੇ, ਇਹ ਰਸ ਲੈਣਾ ਤੇਰਾ ਮਕਸਦ ਨਹੀਂ। ਤੇਰਾ ਮਕਸਦ ਹੈ ਅੰਮ੍ਰਿਤ ਦਾ ਰਸ ਲੈਣਾ। ਪਰ ਮਨ ਕੀ ਕਰ ਰਿਹਾ ਹੈ? ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਨ ਅੰਮ੍ਰਿਤ ਛੱਡ ਕੇ ਬਿਖ ਮਾਇਆਵੀ ਜ਼ਹਿਰ ਖਾ ਰਿਹਾ ਹੈ। ਇਹ ਮਾਇਆਵੀ 3 ਗੁਣੀ, ਰਜ ਗੁਣ, ਤਮ ਗੁਣ, ਸਤ ਗੁਣ, ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਰਸ ਪੀ ਰਿਹਾ ਹੈ। ਇਹਨੂੰ ਇਹ ਰਸ ਸਵਾਦ ਲੱਗਦਾ ਹੈ। ਮਨ ਨੂੰ ਅੰਮ੍ਰਿਤ ਰਸ ਕਿੱਥੇ ਚੰਗਾ ਲੱਗਦਾ ਹੈ? ਇਹਨੂੰ ਤੇ ਕਾਮ ਦਾ ਰਸ ਚੰਗਾ ਲੱਗਦਾ ਹੈ। ਇਹਨੂੰ ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਰਸ ਚੰਗਾ ਲੱਗਦਾ ਹੈ। ਹੁਣ ਸੁਭਾਵਿਕ ਹੈ, ਜਿਹੜਾ ਰਸ ਸਾਨੂੰ ਚੰਗਾ ਲੱਗੇਗਾ ਅਸੀਂ ਉੱਥੇ ਹੀ ਜਾਵਾਂਗੇ, ਉੱਥੇ ਹੀ ਪਹੁੰਚਾਂਗੇ। ਉਸੇ ਰਸ ਨੂੰ ਅਸੀਂ ਮੰਨਣ ਲਈ ਜਾਵਾਂਗੇ। ਇਹ ਮਨ ਸਰੀਰ ਨੂੰ ਉੱਥੇ ਹੀ ਲੈ ਜਾਂਦਾ ਹੈ ਜਿੱਥੇ ਇਹਦੇ ਰਸ ਦੀ ਪੂਰਤੀ ਹੋਣੀ ਹੈ, ਜਿੱਥੇ ਇਹਨੂੰ ਉਹ ਰਸ ਮਿਲਣਾ ਹੈ। ਪਹਿਲੇ ਤੇ ਮਨ ਨੂੰ ਸਾਨੂੰ ਸਮਝਣਾ ਪਏਗਾ, ਗੁਰਬਾਣੀ ਦੇ ਰਾਹੀਂ ਮਨ ਨੂੰ ਹੀ ਸਮਝਾਉਣਾ ਪਏਗਾ। ਇਸ ਲਈ ਜਦੋਂ ਸੰਪੂਰਨ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਾਂਗੇ, ਉਹ ਮਨ ਨੂੰ ਸਮਝਾਵਾਂਗੇ, ਫਿਰ ਅਸੀਂ ਆਨੰਦ ਰਸ ਤੱਕ ਪਹੁੰਚ ਸਕਦੇ ਹਾਂ। ਜੇ ਗੁਰਬਾਣੀ ਰਾਹੀਂ ਮਨ ਨੂੰ ਸਮਝਾਇਆ ਨਾ, ਫਿਰ ਆਨੰਦ ਰਸ ਤੱਕ ਨਹੀਂ ਪਹੁੰਚਿਆ ਜਾਣਾ। ਮਨ ਨੂੰ ਰੋਜ਼ ਸਮਝਾਓ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਤੇਰੇ ਤੋਂ ਪਹਿਲਾਂ ਵੀ ਇਹ ਮਨ, ਇਹ ਚਤੁਰਾਈਆਂ ਨਾਲ ਅੰਮ੍ਰਿਤ ਕੁੰਟ ਕਿਸੇ ਨੇ ਨਹੀਂ ਪਾਇਆ। ਇਸ ਅੰਮ੍ਰਿਤ ਕੁੰਟ ਨੂੰ ਪਾਉਣ ਵਾਸਤੇ ਚਤੁਰਾਈਆਂ, ਚਲਾਕੀਆਂ, ਸਿਆਣਪਾਂ ਛੱਡਣੀਆਂ ਪੈਣੀਆਂ ਨੇ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਕੀ ਕਾਰਨ ਹੈ ਕਿ ਧਰਮ ਅਸਥਾਨਾਂ ਦੀ ਕਮੀ ਨਹੀਂ ਹੈ। ਧਰਮ ਅਸਥਾਨ ਤਾਂ ਦਿਨੋਂ ਦਿਨ ਵੱਧ ਰਹੇ ਆ, ਔਰ ਸਾਡੀ ਤਾਂ ਹਾਲਤ ਇਦਾਂ ਦੀ ਹੈ ਕਿ ਇਲਾਕਾ ਇੱਕ ਹੁੰਦਾ ਹੈ ਤੇ ਧਰਮ ਅਸਥਾਨ ਕਿੰਨੇ ਹੁੰਦੇ ਆ। ਇੱਕ ਜਿਹੜਾ ਉਹ ਪਿੰਡ ਹੋਵੇ, ਇੱਕ ਸ਼ਹਿਰ ਹੋਵੇ ਤੇ ਉਹਦੇ ਵਿੱਚ ਅਸਥਾਨ ਕਿੰਨੇ ਹੀ ਬਣੇ ਹੁੰਦੇ ਆ। ਪਰ ਉਹਨਾਂ ਅਸਥਾਨਾਂ ਨੂੰ ਬਣਾਉਣਾ ਸੌਖਾ ਹੈ, ਪਰ ਉਹਦੇ ਵਿੱਚ ਧਰਮ ਨੂੰ ਸਮਝਣਾ ਔਖਾ ਹੈ। ਉਹਦੇ ਵਿੱਚ ਬੈਠ ਕੇ ਅੰਮ੍ਰਿਤ ਕੁੰਟ ਤੱਕ ਪਹੁੰਚਣਾ ਔਖਾ ਹੈ। ਕਿਉਂ? ਕਿਉਂਕਿ ਮਨ ਚੰਚਲਤਾਈ ਨਹੀਂ ਛੱਡਦਾ, ਚਤੁਰਾਈ ਨਹੀਂ ਛੱਡਦਾ, ਮਨ ਸਿਆਣਪ ਨਹੀਂ ਛੱਡਦਾ। ਤੇ ਜਿਹੜਾ ਥਾਂ ਉਹ ਅਗੰਮ ਰੂਪ ਦਾ ਹੈ, ਉਹ ਮਨ ਵਿੱਚੋਂ ਹੋ ਕੇ ਜਾਂਦਾ ਹੈ। ਮਨ ਦੇ ਰਾਹੀਂ ਉਸ ਥਾਂ ਤੇ ਪਹੁੰਚਿਆ ਜਾਣਾ ਹੈ। ਤੇ ਜੇ ਮਨ ਹੀ ਨਹੀਂ ਹੋਏਗਾ ਤੇ ਪਹੁੰਚਾਂਗੇ ਕਿਵੇਂ? ਮਨ ਦੇ ਰਾਹੀਂ ਹੀ ਪਹੁੰਚਿਆ ਜਾਏਗਾ।
ਤੇ ਮਨ ਨੂੰ ਕਿਹਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਆਹੀ ਵੇਲਾ ਹੈ ਤੇਰਾ। ਹੁਣ ਮੌਕਾ ਹੈ, ਤੂੰ ਉਸ ਅੰਮ੍ਰਿਤ ਕੁੰਟ ਤੱਕ ਸੁਰਤ ਨੂੰ ਲੈ ਕੇ ਚੱਲ, ਤਾਂ ਕਿ ਇਹ ਸੁਰਤ ਅੰਮ੍ਰਿਤ ਕੁੰਟ ਤੱਕ ਜਾਵੇ ਤੇ ਸੁਰਤ ਨਾਲ ਹੀ ਇਹ ਰਸ ਪੀਣਾ। ਇਹ ਅੰਮ੍ਰਿਤ ਦਾ ਜਿਹੜਾ ਅਸੀਂ ਭੁੰਚਾ ਇਹਨੂੰ ਮੰਨਣਾ, ਇਹਨੂੰ ਸੁਰਤ ਨਾਲ ਹੀ ਮੰਨਣਾ। ਇਸ ਲਈ ਸਾਹਿਬ ਜੀ ਕਹਿੰਦੇ ਅਗੰਮ ਰੂਪ ਕਾ ਮਨ ਮਹਿ ਥਾਨਾ। ਮਨ ਮਹਿ, ਮਨ ਦੇ ਵਿੱਚ ਹੈ ਉਹ ਥਾਂ ਉਸ ਅਗੰਮੀ ਰੂਪ ਦਾ, ਉਸ ਰੱਬੀ ਰੂਪ ਦਾ। ਪਰ ਇਹ ਕੋਈ ਵਿਰਲਾ ਹੀ ਹੈ ਜਿਹਨੇ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ। ਗੁਰੂ ਸਾਹਿਬ ਨੇ ਕੀ ਕੀਤਾ ਹੈ? ਭੁੱਲੇ ਨੂੰ ਮਾਰਗ ਤੇ ਪਾਇਆ। ਮਨ ਭੁੱਲਿਆ ਹੈ, ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਹੁਣ ਭੁੱਲਿਆ ਕੌਣ ਹੈ? ਸਰੀਰ ਨਹੀਂ। ਸਰੀਰ ਨੂੰ ਦੱਸਣ ਵਾਲੇ ਰਸਤੇ ਬਹੁਤ ਨੇ, ਬੜੇ ਪ੍ਰਾਣੀ ਮਿਲ ਜਾਣਗੇ। ਆਪਾਂ ਕਿਸੇ ਥਾਂ ਤੇ ਜਾ ਰਹੇ ਹਾਂ, ਰਾਹ ਭਟਕ ਗਏ, ਸਾਡੇ ਕੋਲ ਅੱਜ ਤਾਂ ਮੈਪ ਬਣਿਆ ਹੋਇਆ, ਅਸੀਂ ਉਹਦੇ ਵਿੱਚ ਨਾਮ ਭਰ ਦਿਆਂਗੇ, ਉਹ ਸਾਨੂੰ ਸਿੱਧਾ ਉੱਥੇ ਲੈ ਜਾਏਗਾ, ਸਾਨੂੰ ਉੱਥੇ ਤੱਕ ਪਹੁੰਚਾ ਦੇਗਾ। ਪੁੱਛਣ ਪਛਾਉਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਸਰੀਰ ਭਟਕਿਆ, ਉਹਨੂੰ ਦੱਸਣ ਵਾਲੇ ਬਹੁਤ ਮਿਲ ਜਾਣਗੇ। ਜਿਹੜਾ ਮਨ ਭੁੱਲਿਆ ਭਟਕਿਆ ਹੈ, ਇਹਨੂੰ ਸਮਝਾਉਣ ਵਾਲੇ ਨਹੀਂ ਮਿਲਣਗੇ। ਇਹ ਗੁਰੂ ਕਿਰਪਾ ਨਾਲ ਹੀ ਗੱਲ ਬਣਨੀ ਹੈ। ਇਸ ਲਈ ਸਾਹਿਬ ਨੇ ਕਿਹਾ ਅਗੰਮ ਰੂਪ ਕਾ ਮਨ ਮੈਂ ਥਾਨਾ। ਮਨ ਦੇ ਵਿੱਚ ਹੈ ਉਸ ਅਗੰਮੀ ਰੂਪ ਦਾ ਥਾਂ। ਗੁਰ ਪ੍ਰਸਾਦ ਕਿੰਨੇ ਵਿਰਲੇ ਜਾਣਾ। ਗੁਰੂ ਦੀ ਕਿਰਪਾ ਦੁਆਰਾ ਕਿਸੇ ਵਿਰਲੇ ਨੇ ਹੀ ਉਸ ਅਗੰਮ ਰੂਪ ਦੇ ਥਾਂ ਨੂੰ ਜਾਣਿਆ ਹੈ, ਉਹਨੂੰ ਪਛਾਣਿਆ ਹੈ, ਉੱਥੇ ਤੱਕ ਆਪਣੀ ਪਹੁੰਚ ਬਣਾਈ ਹੈ। ਕਿਉਂ? ਉਹ ਜਿਹੜਾ ਰਾਹ ਹੈ ਹੁਣ ਉੱਥੇ ਹਨੇਰਾ ਹੈ, ਉੱਥੇ ਜਿਹੜਾ ਉਹ ਹਨੇਰਾ ਹੈ, ਉਹ ਰਾਹ ਦਿਸਦਾ ਨਹੀਂ ਸਾਨੂੰ। ਤੇ ਬਾਹਰ ਦਾ ਸੂਰਜ ਹੁਣ ਚਾਨਣ ਹੋ ਗਿਆ। ਜਿਹੜੇ ਰਸਤੇ ਨਹੀਂ ਸੀ ਦਿਸਦੇ ਉਹ ਦਿਸਣ ਲੱਗ ਪਏ, ਜਿਹੜੇ ਰਾਹ ਹਨੇਰੇ ਵਿੱਚ ਨਹੀਂ ਸੀ ਦਿਸਦੇ ਉਹ ਦਿਖਾਈ ਦੇਣ ਲੱਗ ਪਏ। ਪਰ ਜਿਹੜਾ ਅੰਦਰ ਦਾ ਰਸਤਾ ਹੈ, ਜੋ ਬ੍ਰਹਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਾਵੈ, ਜਿਹੜੇ ਰਾਹ ਤੇ ਆਪਾਂ ਖੋਜ ਕਰਕੇ ਅੰਮ੍ਰਿਤ ਕੁੰਟ ਤੱਕ ਪਹੁੰਚਣਾ, ਉਹ ਇਹ ਬਾਹਰ ਦਾ ਸੂਰਜ ਉੱਥੇ ਚਾਨਣ ਕਰਦਾ ਹੀ ਨਹੀਂ, ਤੇ ਨਾ ਹੀ ਇਹਦੀ ਰੋਸ਼ਨੀ ਉੱਥੇ ਤੱਕ ਪਹੁੰਚਦੀ ਹੈ। ਜਿੱਥੇ ਸੂਰਜ ਦੀ ਰੋਸ਼ਨੀ ਨੇ ਮੁੱਕਣਾ, ਉੱਥੇ ਗੁਰਬਾਣੀ ਦੀ ਰੋਸ਼ਨੀ ਨੇ ਸ਼ੁਰੂ ਹੋਣਾ, ਕਿਉਂਕਿ ਗੁਰਬਾਣੀ ਇਸ ਜੱਗ ਮੈਂ ਚਾਨਣ। ਚਾਨਣ ਦਾ ਮਤਲਬ ਇਹ ਗਿਆਨ ਹੈ ਗੁਰਬਾਣੀ ਵਿੱਚ, ਉਹ ਗਿਆਨ ਦੀ ਰੋਸ਼ਨੀ ਵਿੱਚ ਚੱਲਣਾ ਹੈ, ਗਿਆਨ ਦੀ ਰੋਸ਼ਨੀ ਵਿੱਚ ਅਸੀਂ ਤੁਰਨਾ ਹੈ। ਪਰ ਇਸੇ ਲਈ ਮਹਾਰਾਜ ਨੇ ਕਿਹਾ ਤੂੰ ਭਾਵੇਂ 100,000 ਸੂਰਜਾਂ ਦਾ ਚਾਨਣ ਵੀ ਲੈ ਲੈ, ਤਾਂ ਵੀ ਤੂੰ ਅੰਧੇਰੇ ਵਿੱਚ ਹੀ ਰਹੇਗਾ। ਦੇਖੋ ਸੂਰਜ ਚੜ੍ਹ ਗਿਆ, ਚਾਨਣ ਹੀ ਚਾਨਣ ਹੋ ਗਿਆ, ਤੇ ਕਈ ਤੁਹਾਨੂੰ ਕਰਮ ਕਾਂਡ ਕਰਦੇ ਨਜ਼ਰ ਆਉਣਗੇ, ਵਹਿਮ ਭਰਮ 'ਚ ਪਏ ਨਜ਼ਰ ਆਉਣਗੇ। ਸੂਰਜ ਦੀ ਰੋਸ਼ਨੀ ਵਿੱਚ ਵੀ ਵਹਿਮ ਭਰਮ ਹੋ ਰਿਹਾ, ਕਰਮ ਕਾਂਡ ਹੋ ਰਿਹਾ। ਇਹ ਹਨੇਰਾ ਨਹੀਂ ਤੇ ਹੋਰ ਕੀ ਹੈ? ਇਹਨਾਂ ਦੇ ਅੰਦਰ ਹਨੇਰਾ ਹੈ। ਇਸ ਲਈ ਸੂਰਜ ਚੜ੍ਹਦਿਆਂ ਵਹਿਮ ਭਰਮ 'ਚ ਪਏ ਲੋਕ ਕਰਮ ਕਾਂਡ ਕਰਨ ਲੱਗ ਜਾਂਦੇ ਆ। ਉਹ ਕੀ ਹੈ? ਉਹ ਹਨੇਰਾ ਹੈ। ਇਸੇ ਲਈ ਕਿਹਾ ਸੀ ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ, 1000 ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਕਿਉਂਕਿ ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ। ਉਹ ਜਿਹੜਾ ਅੰਮ੍ਰਿਤ ਕੁੰਟ ਹੈ ਨਾ, ਜੋ ਅਗੰਮੀ ਰੂਪ ਹੈ, ਜਿੱਥੇ ਅੰਮ੍ਰਿਤ ਕੁੰਟ ਹੈ, ਉੱਥੇ ਤੱਕ ਮਨ ਦੇ ਰਾਹੀਂ ਪਹੁੰਚਿਆ ਜਾਏਗਾ। ਮਨ ਮੈਂ ਥਾਨਾ, ਮਨ ਵਿੱਚ ਉਹ ਥਾਂ ਹੈ, ਉਹ ਅਸਥਾਨ ਹੈ, ਗੁਰੂ ਕਿਰਪਾ ਨਾਲ ਜਾਣਿਆ ਜਾਣਾ। ਇਸ ਲਈ ਗੁਰੂ ਵਾਲੇ ਬਣੋ, ਗੁਰੂ ਮਤ ਲਓ, ਗੁਰੂ ਚਰਨਾਂ 'ਚ ਜੁੜੋ, ਤਾਂ ਕਿ ਅੰਦਰ ਸਹਿਜ ਬਾਣੀ ਸਾਡੇ ਅੰਦਰ ਸਹਿਜ ਬਣਾ ਸਕੇ, ਸਾਡੇ ਡੋਲਦੇ ਹੋਏ ਮਨ ਨੂੰ ਟਿਕਾ ਦੇ ਸਕੇ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ। ਅਨਹਤ ਬਾਣੀ ਥਾਨ ਨਿਰਾਲਾ, ਤਾਂ ਕੀ ਧੁਨ ਮੋਹੇ ਗੋਪਾਲਾ। ਅਸੀਂ ਬਾਹਰ ਦੀ ਧੁਨ ਨਾਲ ਗਾ ਰਹੇ ਹਾਂ, ਉਸ ਮਾਲਕ ਨੂੰ ਖੁਸ਼ ਕਰਨ ਵਾਸਤੇ ਬਹੁਤ ਗਾ ਰਹੇ ਹਾਂ, ਪਰ ਉਹ ਸਾਡਾ ਗਾਇਆ ਉੱਥੇ ਤੱਕ ਪਹੁੰਚਦਾ ਹੀ ਨਹੀਂ, ਉੱਥੇ ਤੱਕ ਪਹੁੰਚ ਹੀ ਨਹੀਂ ਰਿਹਾ। ਉਹ ਸਾਡਾ ਗਾਇਆ ਸੁਣ ਕੇ ਮੋਹਿਤ ਹੀ ਨਹੀਂ ਹੋ ਰਿਹਾ। ਉਹ ਕਿਹੜਾ ਗਾਉਣਾ ਹੈ ਜਿਹਨੂੰ ਸੁਣ ਕੇ, ਉਹ ਕਿਹੜੀ ਧੁਨ ਹੈ ਜਿਹਨੂੰ ਸੁਣ ਕੇ ਉਹ ਮੋਹਿਆ ਜਾਏ, ਮੋਹਿਤ ਹੋ ਜਾਏ। ਕਿਉਂਕਿ ਅਸੀਂ ਬਾਹਰ ਦੀ ਧੁਨ ਕਈ ਵਾਰੀ ਸੁਣਦੇ ਹਾਂ, ਸੁਣਦੇ ਸੁਣਦੇ ਮੋਹਿਤ ਹੋ ਜਾਂਦੇ ਹਾਂ। ਮੋਹਿਤ ਮਾਨੇ ਸਭ ਕੁਝ ਭੁੱਲ ਜਾਂਦਾ ਬੰਦੇ ਨੂੰ, ਕੇਵਲ ਧੁਨ ਹੀ ਸੁਣਾਈ ਦਿੰਦੀ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਨਹਤ ਬਾਣੀ, ਇਹ ਬਾਣੀ ਜਿਹੜੀ ਆ ਇੱਕ ਰਸ ਇਹਦੇ ਵਿੱਚ ਵਰਤ ਰਿਹਾ ਹੈ, ਇੱਕ ਰਸ ਵਾਲੀ ਇਹ ਬਾਣੀ। ਥਾਨ ਨਿਰਾਲਾ, ਉਹ ਨਿਰਾਲਾ ਹੈ ਥਾਂ ਜਿੱਥੇ ਇਹ ਅੰਮ੍ਰਿਤ ਬਾਣੀ ਵਸਦੀ ਹੈ। ਉਹ ਕਿੱਥੇ ਵਸਦੀ ਹੈ? ਹਿਰਦੇ ਵਿੱਚ। ਹੁਣ ਇਹ ਹਿਰਦੇ ਵਿੱਚ ਬਾਣੀ ਤਾਂ ਵਸੇਗੀ ਜੇ ਮਨ ਵਾਲਾ ਰਸਤਾ ਕਲੀਅਰ ਹੋਏਗਾ। ਮਨ ਵਿੱਚ ਤੇ ਗੰਦਗੀ ਭਰੀ ਪਈ ਹੈ। ਮਨ ਦੇ ਵਿੱਚ ਜਿਹੜਾ ਰਸਤਾ ਹੈ, ਧਿਆਨ ਰੱਖਣਾ, ਮਨ ਔਰ ਹਿਰਦਾ, ਹਿਰਦੇ ਵਿੱਚ ਕੀ ਹੈ? ਦਿਲ। ਮਨ ਤੇ ਦਿਲ ਦਾ ਇੱਕ ਅੰਦਰ ਦਾ ਰਸਤਾ ਹੈ। ਹੁਣ ਉੱਥੇ ਕੀ ਹੈ? ਉੱਥੇ ਗੰਦਗੀ ਭਰੀ ਪਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਉੱਥੇ ਗੰਦਗੀ, ਉੱਥੇ ਚਿੱਕੜ ਹੀ ਚਿੱਕੜ ਹੈ ਵਿਕਾਰਾਂ ਦਾ। ਉਹ ਵਿਕਾਰਾਂ ਦਾ ਚਿੱਕੜ ਅਸੀਂ ਹਟਾਵਾਂਗੇ, ਗੰਦਗੀ ਹਟਾਵਾਂਗੇ, ਫਿਰ ਹਿਰਦੇ ਉਸ ਥਾਂ ਤੱਕ ਪਹੁੰਚਾਂਗੇ ਜਿੱਥੇ ਇਸ ਅੰਮ੍ਰਿਤ ਬਾਣੀ ਨੇ, ਅਨਹਤ ਬਾਣੀ ਨੇ ਜਾ ਕੇ ਵਸਣਾ ਹੈ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਪਹਿਲਾਂ ਹਿਰਦੇ 'ਚ ਵਸਾਓਗੇ ਤਾਂ ਹੀ ਘਰ ਬੈਠੇ ਤੇ ਆਓਗੇ ਨਾ। ਹਿਰਦੇ 'ਚ ਤਾਂ ਵਸਦਾ ਨਹੀਂ ਪਿਆ, ਇਸ ਲਈ ਗੁਰੂ ਦੁਆਰੇ ਆਉਣਾ ਪੈਣਾ ਸਾਨੂੰ। ਹਿਰਦੇ ਵਿੱਚ ਵਸਾ ਕੇ ਘਰ ਬੈਠ ਕੇ ਧਿਆਉਣ ਲਈ ਵੀ ਸਾਨੂੰ ਪਹਿਲਾਂ ਗੁਰੂ ਚਰਨਾਂ ਵਿੱਚ ਆਉਣਾ ਪੈਣਾ। ਨਹੀਂ ਤੇ ਬੰਦਾ ਕਹਿੰਦਾ ਜੀ ਗੁਰੂ ਸਾਹਿਬ ਕਹਿੰਦੇ ਘਰ ਬੈਠੇ ਹੀ ਤੇ ਆਓ। ਅਸੀਂ ਆਪਣੇ ਆਪਣੇ ਮਤਲਬ ਨਾਲ ਅਰਥ ਵੀ ਕਰ ਲੈਂਦੇ ਹਾਂ ਵੀ ਘਰ ਬੈਠੋ, ਕੀ ਲੋੜ ਹੈ ਗੁਰਦੁਆਰਾ ਸਾਹਿਬ ਆਉਣ ਦੀ। ਗੁਰ ਇਤਿਹਾਸ ਵਿੱਚ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਕੀਤਾ, ਉਹਨਾਂ ਨੂੰ ਮਹਾਰਾਜ ਆਪ ਹੀ ਕਹਿੰਦੇ ਆ ਕਿ ਤੂੰ ਹੁਣ ਘਰ ਜਾ ਕੇ ਤੂੰ ਆਪ ਵੀ ਜੁੜ ਤੇ ਹੋਰਾਂ ਨੂੰ ਵੀ ਜੋੜ। ਆਪ ਵੀ ਜੁੜ ਜਾ, ਹੋਰਾਂ ਨੂੰ ਵੀ ਜੋੜ। ਪਰ ਕਦੋਂ? ਜਦੋਂ ਗੁਰੂ ਕਿਰਪਾ ਨਾਲ ਹਿਰਦੇ ਵਿੱਚ ਨਾਮ ਵਸਿਆ। ਉਹ ਹਿਰਦਾ, ਉਹ ਥਾਂ ਨਿਰਾਲਾ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਅਨਹਤ ਬਾਣੀ ਥਾਨ ਨਿਰਾਲਾ। ਹਿਰਦਾ ਜਿਹੜਾ ਹੈ ਨਾ, ਰੂਹ ਹਿਰਦਾ, ਇਹ ਨਿਰਾਲਾ ਹੈ ਜਿੱਥੇ ਆਤਮਿਕ ਆਨੰਦ ਦੇਣ ਵਾਲੀ ਬਾਣੀ ਨੇ ਵਸਣਾ ਹੈ। ਜਦੋਂ ਇਹ ਅੰਮ੍ਰਿਤ ਬਾਣੀ ਤੁਹਾਡੇ ਉਸ ਹਿਰਦੇ ਵਿੱਚ ਵਸੇਗੀ, ਉੱਥੇ ਇੱਕ ਧੁਨ ਛਿੜੇਗੀ, ਉੱਥੇ ਇੱਕ ਧੁਨੀ ਹੈ। ਜਿੱਥੇ ਆਪਾਂ ਕਹਿੰਦੇ ਆ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਉਹ ਜਿਹੜੀ ਧੁਨ ਅੰਦਰ ਅਨਹਤ ਬਾਣੀ ਦੀ ਅੰਦਰ ਛਿੜਨੀ ਹੈ ਨਾ, ਕਹਿੰਦੇ ਨੇ ਤਾਂ ਕਿ ਧੁਨ ਮੋਹੇ ਗੋਪਾਲਾ। ਮੋਹੇ ਮਨੇ ਮੋਹਿਤ ਹੋ ਜਾਣਾ। ਗੋਪਾਲਾ ਜਿਹੜਾ ਸਾਰਿਆਂ ਦੀਆਂ ਪਾਲਣਾ ਕਰਨ ਵਾਲਾ ਗੋਪਾਲ ਹੈ ਨਾ, ਉਹ ਅੰਦਰ ਦੀ ਉਸ ਧੁਨ ਨੂੰ ਸੁਣ ਕੇ ਮੋਹਿਤ ਹੋ ਜਾਂਦਾ ਹੈ। ਅਸੀਂ ਤੇ ਹਜੇ ਕੰਨਾਂ ਵਿੱਚ ਜਿਹੜੀ ਧੁਨ ਪੈਂਦੀ ਉਹਦੇ ਤੇ ਮੋਹਿਤ ਹੋ ਰਹੇ ਹਾਂ। ਸਾਨੂੰ ਗੁਰਬਾਣੀ ਰਾਗ ਦੇ ਆਧਾਰ ਤੇ ਦਿੱਤੀ ਸੀ, ਪਰ ਸਾਡੇ ਅੱਜ ਸੁਣਨ ਤੇ ਗਾਉਣ ਦਾ ਤਰੀਕਾ ਬਦਲ ਗਿਆ। ਜਿਹੜੀ ਧੁਨ ਅਸੀਂ ਸੁਣ ਰਹੇ ਹਾਂ, ਮੈਨੂੰ ਮਾਫ ਕਰਨਾ, ਇਹ ਸੱਚ ਹੈ, ਤੁਸੀਂ ਵੀ ਜਾਣਦੇ ਹੋ। ਜਿਹੜੀ ਧੁਨ ਅਸੀਂ ਸੁਣ ਰਹੇ ਹਾਂ ਉਹ ਕੀ ਤੁਹਾਨੂੰ ਨਿਰੰਕਾਰ ਵੱਲ ਲੈ ਜਾਂਦੀ ਹੈ? ਉਹ ਸਾਨੂੰ ਕਿੱਥੇ ਲੈ ਜਾਂਦੀ ਹੈ? ਉਹ ਦੁਨੀਆ ਦੇ ਫਿਲਮਾਂ ਵੱਲ, ਗਾਉਣਿਆਂ ਵੱਲ, ਨੱਚਣਾ ਟੱਪਣਾ, ਸਾਨੂੰ ਉਸ ਮਾਹੌਲ ਵੱਲ ਉਹ ਧੁਨ ਲੈ ਜਾਂਦੀ ਹੈ। ਕਿਉਂਕਿ ਜਿਹੜੀ ਧੁਨ ਤੁਹਾਨੂੰ ਸੁਣਾਈ ਜਾ ਰਹੀ ਹੈ ਉਹ ਤਾਂ ਫਿਲਮੀ ਟਿਊਨ ਦੇ ਵਿੱਚ ਹੈ।
ਉਹ ਗਾਉਣ ਵਾਲੇ ਦੀ ਟਿਊਨ ਦੇ ਵਿੱਚ ਹੈ। ਤੇ ਜਦੋਂ ਤੁਸੀਂ ਕਿਤੇ ਸੁਣਿਆ ਹੋਏਗਾ ਤੇ ਜਦੋਂ ਉਹ ਧੁਨ ਤੁਹਾਨੂੰ ਸੁਣੇਗੀ ਤੁਹਾਡਾ ਧਿਆਨ ਉੱਥੇ ਹੀ ਜਾਏਗਾ। ਫਿਰ ਤੁਹਾਡੀ ਅੱਖਾਂ ਅੱਗੇ ਉਹ ਪਿਕਚਰ ਚੱਲਣ ਲੱਗ ਜਾਏਗੀ, ਤੁਹਾਡੇ ਦਿਮਾਗ ਵਿੱਚ ਉਹ ਸੀਨ ਬਣਨੇ ਸ਼ੁਰੂ ਹੋ ਜਾਣਗੇ। ਬੈਠੇ ਗੁਰੂ ਘਰ ਹੋਵਾਂਗੇ ਪਰ ਪਿਕਚਰ ਅੰਦਰ ਹੋਰ ਚੱਲ ਰਹੀ ਹੋਏਗੀ, ਤਸਵੀਰ ਅੰਦਰ ਹੋਰ ਬਣ ਰਹੀ ਹੋਏਗੀ। ਧੁਨ ਸਾਨੂੰ ਕਿੱਥੇ ਲੈ ਕੇ ਜਾਣਾ ਸੀ, ਧੁਨ ਨੇ ਸਾਨੂੰ ਲੈ ਕਿੱਥੇ ਜਾਣਾ ਕੀਤਾ। ਇਸ ਲਈ ਨਾ ਅਸੀਂ ਹੁਣ ਰਾਗ ਸੁਣਨਾ ਚਾਹੁੰਦੇ ਹਾਂ। ਪਹਿਲਾਂ ਤੇ ਅਸੀਂ ਜੋ ਅਸੀਂ ਸੁਣਨਾ ਚਾਹੁੰਦੇ ਹਾਂ ਅੱਗੋਂ ਸੁਣਾਉਣ ਵਾਲਾ ਵੀ, ਕਿਉਂਕਿ ਜੋ ਅਸੀਂ ਖਾਣਾ ਅਸੀਂ ਉਸੇ ਥਾਂ ਤੇ ਜਾ ਕੇ ਕਹਿੰਦੇ ਹਾਂ ਵੀ ਭਾਈ ਆਹ ਮੈਨੂੰ ਪਰੋਸ ਕੇ ਦੇ, ਉਹ ਪਰੋਸਿਆ ਜਾ ਰਿਹਾ ਹੈ। ਜੇ ਅਸੀਂ ਸੁਣਨਾ ਹੀ ਉਹ ਧੁਨ ਚਾਹੁੰਦੇ ਹਾਂ ਤੇ ਜੇ ਤੁਹਾਨੂੰ ਰਾਗ ਵਿੱਚ ਧੁਨ ਸੁਣਾਈ ਦੇਵੇ ਉਹ ਅਸੀਂ ਕਹਿੰਦੇ ਹਾਂ ਸਾਨੂੰ ਚੰਗੀ ਨਹੀਂ ਲੱਗਦੀ। ਕਈ ਕਹਿ ਦਿੰਦੇ ਆ, ਮਾਫ ਕਰਨਾ, ਜਿਹੜੇ ਰਾਗਾਂ ਵਿੱਚ ਕੀਰਤਨ ਸੁਣਦੇ ਆ ਉਹਨਾਂ ਨੂੰ ਵੱਖਰਾ ਰਸ ਆਉਂਦਾ ਹੈ, ਪਰ ਕਈ ਕਹਿ ਦਿੰਦੇ ਆ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਜੀ ਕੀ ਗਾਇਆ ਇਹਨਾਂ ਨੇ। ਕਿਉਂਕਿ ਰਾਗ ਦੀ ਸਮਝ ਨਹੀਂ ਨਾ। ਰਾਗ ਦਾ ਜਨਮ ਪ੍ਰੇਮ ਵਿੱਚੋਂ ਹੁੰਦਾ ਹੈ। ਜਿਹਦੇ ਅੰਦਰ ਪ੍ਰੇਮ ਨਹੀਂ ਉਹਦੇ ਅੰਦਰ ਰਾਗ ਨਹੀਂ। ਰਾਗ ਦਾ ਜਨਮ ਹੀ ਪ੍ਰੇਮ ਦੇ ਵਿੱਚੋਂ ਹੈ। ਪਰ ਰਾਗ ਨਾਲੋਂ ਅਸੀਂ ਟੁੱਟ ਕੇ ਸੰਸਾਰੀ ਜਿਹੜੀ ਧੁਨ ਹੈ ਉਹਦੇ ਨਾਲ ਅਸੀਂ ਜੁੜ ਗਏ। ਫਿਰ ਉਹਨੇ ਸਾਡੀ ਸੁਰਤ ਨੂੰ ਸੰਸਾਰ ਤੱਕ ਹੀ ਰੱਖਿਆ, ਉਹ ਨਿਰੰਕਾਰ ਤੱਕ ਤੇ ਪਹੁੰਚੀ ਨਹੀਂ। ਜਿਹੜੇ ਅੱਜ ਦੀ ਵਿਚਾਰ ਹੈ ਉਹਦੇ ਵਿੱਚ ਮਹਾਰਾਜ ਕਹਿੰਦੇ ਆ ਅਨਹਤ ਬਾਣੀ ਥਾਨ ਨਿਰਾਲਾ। ਜਦੋਂ ਤੁਹਾਡਾ ਹਿਰਦਾ ਨਿਰਾਲਾ ਹੋ ਗਿਆ, ਜਦੋਂ ਤੁਹਾਡਾ ਹਿਰਦਾ ਰੂਪੀ ਥਾਂ ਜਿੱਥੇ ਅਨਹਤ ਬਾਣੀ ਆ ਕੇ ਟਿਕ ਗਈ, ਜਿੱਥੇ ਅੰਮ੍ਰਿਤ ਬਾਣੀ ਦਾ ਰਸ ਮਿਲ ਗਿਆ, ਉੱਥੇ ਇੱਕ ਧੁਨ ਛਿੜਦੀ ਹੈ, ਉੱਥੇ ਇੱਕ ਅੰਦਰ ਦੀ ਧੁਨੀ ਚੱਲਦੀ ਹੈ। ਉਸ ਧੁਨੀ ਦੇ ਵਿੱਚ ਫਿਰ ਮੋਹੇ ਗੋਪਾਲਾ, ਉਹ ਗੋਪਾਲ ਮੋਹਿਤ ਹੋ ਜਾਂਦਾ ਹੈ, ਉਹ ਉਹਦੇ ਵਸ ਹੋ ਜਾਂਦਾ ਹੈ। ਤੇ ਜਦੋਂ ਉਹ ਗੋਪਾਲ ਉਹਦੇ ਵਸ ਹੋ ਜਾਏ ਤੇ ਫਿਰ ਉਹਦਾ ਕੋਈ ਕਾਰਜ ਅਧੂਰਾ ਰਹਿ ਨਹੀਂ ਜਾਂਦਾ। ਭਗਤਾਂ ਦੇ ਕਾਰਜ ਕਿਉਂ ਵਾਹਿਗੁਰੂ ਜੀ ਆਪ ਸਵਾਰਦੇ ਆ। ਰਾਤ ਵੀ ਇਤਿਹਾਸ ਵਿੱਚ ਚੱਲ ਰਿਹਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਕਿਉਂ ਖਲੋਤਾ ਹੈ? ਕਿਉਂਕਿ ਉਹ ਅੰਦਰ ਦੀ ਧੁਨ ਵਿੱਚ ਮੋਹਿਤ ਹੋ ਗਿਆ, ਜਿਹਦੇ ਅੰਦਰ ਅਨਹਤ ਧੁਨੀ ਚੱਲ ਪਈ ਹੈ। ਜਿਹੜਾ ਉਸ ਅੰਮ੍ਰਿਤ ਕੁੰਟ ਤੱਕ ਪਹੁੰਚ ਕੇ ਟਿਕ ਗਿਆ, ਉਹਦੇ ਅੰਦਰ ਜਿਹੜੀ ਸ਼ਬਦ ਦੀ ਧੁਨ ਚੱਲਦੀ ਹੈ ਨਾ, ਉਹਦੇ ਵਿੱਚ ਗੋਪਾਲ ਮੋਹਿ। ਤਾਂ ਹੀ ਤੇ ਕਿਹਾ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ, ਤੂੰ ਭਗਤਾਂ ਦੇ ਵਸ ਹੈ। ਭਗਤਾਂ ਨੇ ਵਸ ਕਿਵੇਂ ਕਰ ਲਿਆ? ਆ ਅਵਸਥਾ ਤੇ ਪਹੁੰਚ ਗਏ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕਦੇ। ਅਸੀਂ ਹਜੇ ਬਾਣੀ ਨੂੰ ਉੱਤੋਂ ਹੀ ਸਰੀਰ ਤੱਕ ਹੀ ਸੀਮਤ ਕੀਤਾ ਹੈ, ਬਾਣੀ ਨੂੰ ਅੰਦਰ ਤੇ ਲਿਜਾਉਣਾ ਹੀ ਨਹੀਂ ਕੀਤਾ। ਪਰ ਜਿਨ੍ਹਾਂ ਦੇ ਅੰਦਰ ਸ਼ਬਦ ਟਿਕਦਾ ਹੈ, ਮੁਬਾਰਕ ਹੈ ਉਹਨਾਂ ਨੂੰ, ਜਿਹੜੇ ਅੰਦਰੋਂ ਧੁਨੀ ਨੂੰ ਮਹਿਸੂਸ ਕਰਦੇ ਆ, ਅੰਦਰ ਸਾਜ਼ ਵੱਜਦਾ ਉਹਨਾਂ ਦੇ, ਅੰਦਰ ਧੁਨ ਚੱਲਦੀ ਹੈ ਉਸ ਸ਼ਬਦ ਦੀ। ਅਨਹਤ ਬਾਣੀ ਥਾਨ ਨਿਰਾਲਾ, ਜਿਹੜਾ ਹਿਰਦਾ ਰੂਪੀ ਥਾਂ ਹੈ ਜਿੱਥੇ ਆਤਮਿਕ ਆਨੰਦ ਬਾਣੀ ਦਾ ਰਸ ਪ੍ਰਾਪਤ ਹੁੰਦਾ ਹੈ, ਉਸ ਅਨਹਤ ਬਾਣੀ ਕਰਕੇ ਜਿਹੜਾ ਹਿਰਦਾ ਨਿਰਾਲਾ ਹੁੰਦਾ ਹੈ, ਤਾਂ ਕਿ ਧੁਨ ਉੱਥੇ ਜਿਹੜੀ ਧੁਨੀ ਹੁੰਦੀ ਹੈ ਸ਼ਬਦ ਦੀ, ਮੋਹੇ ਗੋਪਾਲਾ, ਉਹਦੇ ਵਿੱਚ ਗੋਪਾਲ ਮੋਹਿਤ ਹੋ ਜਾਂਦਾ ਹੈ। ਅਸੀਂ ਗੋਪਾਲ ਸਾਰੀ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਇਹ ਬਾਹਰੀ ਧਨ ਦੇ ਕੇ ਵਸ ਨਹੀਂ ਕਰ ਸਕਦੇ, ਬਾਹਰੀ ਆਪਣੀ ਪਾਵਰ ਦਿਖਾ ਕੇ ਵਸ ਨਹੀਂ ਕਰ ਸਕਦੇ, ਮਨ ਦੀ ਚੰਚਲਤਾ ਨਾਲ ਵਸ ਨਹੀਂ ਕਰ ਸਕਦੇ। ਉਹ ਵਸ ਹੋਣਾ ਉਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਤੁਹਾਡੇ ਹਿਰਦੇ ਵਿੱਚ ਅਨਹਤ ਬਾਣੀ ਵਸੇਗੀ। ਉਹਦੀ ਜਿਹੜੀ ਧੁਨ ਹੈ, ਉਸ ਧੁਨ ਦੇ ਵਿੱਚ ਫਿਰ ਮੋਹੇ ਗੋਪਾਲਾ, ਉਸ ਗੋਪਾਲ ਨੇ ਮੋਹਿਤ ਹੋਣਾ ਤੇ ਫਿਰ ਤੁਹਾਡਾ ਕੋਈ ਕਾਰਜ ਅਧੂਰਾ ਨਹੀਂ ਰਹਿ ਜਾਣਾ। ਤੁਹਾਡੀ ਪੱਤ, ਤੁਹਾਡੀ ਇੱਜ਼ਤ, ਤੁਹਾਡੀ ਲਾਜ ਫਿਰ ਉਸ ਮਾਲਕ ਨੇ ਰੱਖਣੀ ਹੈ। ਜਿਵੇਂ ਅਸੀਂ ਕਿਸੇ ਕੋਲੋਂ ਕੋਈ ਧੁਨ ਸੁਣਦੇ ਹਾਂ, ਸਾਨੂੰ ਬੜੀ ਚੰਗੀ ਲੱਗਦੀ ਹੈ, ਬੜਾ ਮਨ ਪ੍ਰਸੰਨ ਹੁੰਦਾ ਹੈ, ਤੇ ਜਦੋਂ ਉਹ ਸੁਣਾਉਣ ਵਾਲੇ ਤੋਂ ਸੁਣ ਕੇ ਮਨ ਬੜਾ ਖੁਸ਼ ਹੋਵੇ, ਅਸੀਂ ਕਿਵੇਂ ਉਹਦੇ ਤੇ
ਆਪਣੀ ਪ੍ਰਸੰਨਤਾ ਦਿਖਾਉਂਦੇ ਹਾਂ, ਕਿੰਨਾ ਖੁਸ਼ ਹੁੰਦੇ ਹਾਂ, ਅਸੀਂ ਉਹਦਾ ਕਿੰਨਾ ਧੰਨਵਾਦ ਕਰਦੇ ਹਾਂ। ਉਹ ਖੁਸ਼ੀ ਜਿਹੜੀ ਮਹਿਸੂਸ ਕਰਦੇ ਹਾਂ, ਤੇ ਜਿੱਦਣ ਅੰਦਰ ਦੀ ਸ਼ਬਦ ਦੀ ਧੁਨ ਚੱਲਣੀ ਹੈ, ਉਦਣ ਮਾਲਕ ਨੇ ਕਿੰਨਾ ਖੁਸ਼ ਹੋਣਾ, ਉਦਣ ਉਸ ਮਾਲਕ ਨੂੰ ਕਿੰਨੀ ਖੁਸ਼ੀ। ਤੇ ਜਿੱਦਣ ਮਾਲਕ ਜੀ ਤੁਰਠ ਪਏ ਆ, ਉਸ ਦਿਨ ਕਮੀ ਕੋਈ ਨਹੀਂ ਰਹਿਣੀ। ਹਜੇ ਉਹਨੂੰ ਪ੍ਰਸੰਨ ਕਰਨ ਵਾਸਤੇ ਸਾਡੇ ਅੰਦਰ ਬਾਣੀ ਨਹੀਂ ਚੱਲ ਰਹੀ। ਜੇ ਫਿਰ ਬੇਨਤੀ ਕਰਾਂ, ਜਿਨ੍ਹਾਂ ਦੇ ਚੱਲਦੀ ਹੈ ਮੁਬਾਰਕ ਹੈ। ਤੋ ਇਹ ਅਨਹਤ ਬਾਣੀ ਹੈ, ਜਿਹੜਾ ਹਿਰਦਾ ਰੂਪੀ ਥਾਂ ਹੈ, ਉਹਨੂੰ ਇਹ ਨਿਰਾਲਾ ਕਰ ਦੇਣ ਵਾਲੀ ਹੈ। ਜਿਹਦੇ ਅੰਦਰ ਇਹ ਬਾਣੀ ਅਨਹਤ ਬਾਣੀ ਵਸਦੀ ਹੈ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਉਹ ਅੰਮ੍ਰਿਤ ਕੁੰਟ ਤੱਕ ਅਡੋਲਤਾ ਵਿੱਚ ਪਹੁੰਚਦੇ ਨੇ। ਉੱਥੇ ਸ਼ਬਦ ਦੀ ਧੁਨ ਚੱਲਦੀ ਹੈ। ਜਦੋਂ ਸ਼ਬਦ ਦੀ ਧੁਨ ਚੱਲਦੀ ਹੈ ਤੇ ਉਹਨੂੰ ਸੁਣ ਕੇ ਗੋਪਾਲ ਮੋਹਿਤ ਹੁੰਦੇ ਆ। ਗੋਪਾਲ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ, ਉਹ ਮੋਹਿਤ ਹੁੰਦੇ ਆ। ਹੁਣ ਧਿਆਨ ਰੱਖਿਓ, ਕੀਰਤਨ ਅਸੀਂ ਉਹਨੂੰ ਪ੍ਰਸੰਨ ਕਰਨ ਵਾਸਤੇ ਗਾਉਣਾ ਹੈ। ਜਿਹੜਾ ਕੀਰਤਨ ਹੈ ਨਾ, ਉਹਨੂੰ ਉਹਦੀ ਸੁਰਤ ਵਿੱਚ ਉਹਦੇ ਨਾਲ ਜੁੜ ਜਾਏ ਤੇ ਉਹਦੀ ਉਸਤਤ ਵਿੱਚ ਗਾਉਣਾ ਹੈ। ਪਰ ਜਿਹੜੀ ਕਥਾ ਹੈ, ਇਹ ਨਾ ਰੱਬ ਨੂੰ ਸੁਣਾਉਣ ਲਈ ਹੈ, ਨਾ ਗੁਰੂ ਨੂੰ ਸੁਣਾਉਣ ਲਈ ਹੈ। ਕਥਾ ਤੇ ਸਾਡੇ ਤੁਹਾਡੇ ਵਾਸਤੇ ਹੈ। ਹੁਣ ਕਥਾ ਗੁਰੂ ਸਾਹਿਬ ਨੂੰ ਥੋੜ੍ਹੀ ਸੁਣਾਉਣੀ ਹੈ, ਸਮਝਾਉਣਾ ਕਥਾ ਵਿੱਚ ਸਮਝਾਉਣਾ ਹੈ, ਤੇ ਆਪਾਂ ਗੁਰੂ ਨੂੰ ਥੋੜ੍ਹੀ ਸਮਝਾ ਸਕਦੇ ਹਾਂ। ਗੁਰੂ ਦੇ ਰਾਹੀਂ ਅਸੀਂ ਸਮਝਣਾ ਹੈ। ਕੀਰਤਨ ਵਿੱਚ ਜੁੜ ਕੇ ਅੰਦਰੋਂ ਉਸ ਮਾਲਕ ਦੀ ਸਿਫਤ ਨੂੰ ਗਾਉਣਾ ਹੈ, ਤੇ ਕਥਾ ਰਾਹੀਂ ਅਸੀਂ ਆਪ ਸੰਸਾਰੀ ਲੋਕਾਂ ਨੇ ਸਮਝਣਾ ਹੈ। ਇਹ ਗੁਰੂ ਸਾਹਿਬ ਨੂੰ ਨਹੀਂ ਸੁਣਾਈ ਜਾ ਸਕਦੀ। ਇੱਕ ਥਾਂ ਤੇ ਕੋਈ ਸੰਗਤ ਦਾ ਇੱਕ ਅੱਧ ਪ੍ਰਾਣੀ ਕੋਈ ਬੈਠਾ ਹੈ, ਤੇ ਪੁੱਛਿਆ ਵੀ ਕਥਾ ਸੁਣਾਉਣੀ ਕਿਹਨੂੰ ਹੈ? ਕਹਿਣ ਲੱਗੇ ਗੁਰੂ ਸਾਹਿਬ ਕੋਲ ਬੈਠੋ ਤੇ ਗੁਰੂ ਨੂੰ ਸੁਣਾਓ। ਹੁਣ ਕਥਾ ਵਿੱਚ ਤੇ ਸਮਝਾਉਣਾ ਹੈ, ਹੁਣ ਗੁਰੂ ਨੂੰ ਕੀ ਸਮਝਾਈਏ? ਇੰਨੇ ਜੋਗੇ ਤੇ ਆਪਾਂ ਹੈ ਨਹੀਂ ਵੀ ਗੁਰੂ ਸਾਹਿਬ ਨੂੰ, ਗੁਰੂ ਰਾਹੀਂ ਅਸੀਂ ਸਮਝਣਾ ਹੈ। ਗੁਰੂ ਦੁਆਰਾ, ਇਹ ਗੁਰੂ ਦਾ ਮੈਸੇਜ ਹੈ ਜਿਹੜਾ ਤੁਹਾਡੇ ਤੱਕ ਪਹੁੰਚਣਾ ਹੈ, ਤੇ ਜਿਹਦੇ ਕੋਲੋਂ ਮੈਸੇਜ ਲੈਣਾ ਉਹਨੂੰ ਕਿਵੇਂ ਸਮਝਾਈਏ? ਇਹ ਭੁਲੇਖਾ ਹੈ ਸਾਡਾ। ਇਸ ਲਈ ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ, ਕਿਸੇ ਵਿਰਲੇ ਨੇ ਗੁਰੂ ਕਿਰਪਾ ਨਾਲ ਉਸ ਅਗੰਮੀ ਰੂਪ ਨੂੰ, ਰੱਬੀ ਜੋਤ ਨੂੰ ਜਾਣਿਆ ਹੈ, ਔਰ ਸਹਿਜ ਅਡੋਲਤਾ ਵਿੱਚ ਅੰਦਰ ਹਿਰਦੇ ਵਿੱਚ ਨਾਮ ਨੂੰ ਵਸਾ ਕੇ ਅੰਮ੍ਰਿਤ ਕੁੰਟ ਤੱਕ ਪਹੁੰਚਣਾ ਕੀਤਾ ਹੈ। ਔਰ ਜਿਹੜਾ ਪਹੁੰਚਿਆ ਉਹਨੇ ਪੁੰਚਿਆ ਮਾਣਿਆ। ਅਨਹਦ ਧੁਨੀ ਉਹਦੇ ਅੰਦਰ ਚੱਲਦੀ ਹੈ, ਜਿਹਨੂੰ ਸੁਣ ਕੇ ਉਹ ਗੋਪਾਲ ਮੋਹਿਤ ਹੁੰਦਾ ਹੈ। ਉਹਦੇ ਉੱਤੇ ਫਿਰ ਅਪਾਰ ਬਖਸ਼ਿਸ਼ ਮਾਲਕ ਦੀ ਹੁੰਦੀ ਹੈ। ਤਹ ਸਹਿਜ ਅਖਾੜੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤਹ ਮਨੇ ਉਹ ਥਾਂ ਜਿੱਥੇ ਅਨਹਤ ਬਾਣੀ ਥਾਨ ਨਿਰਾਲਾ ਦੀ ਖੇਡ ਹੈ। ਉਹ ਥਾਂ ਜਿੱਥੇ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿੱਥੇ ਅੰਮ੍ਰਿਤ ਦਾ ਕੁੰਟ ਹੈ, ਜਿੱਥੇ ਅਡੋਲਤਾ ਬਣਦੀ ਹੈ, ਜਿੱਥੇ ਅਨਹਤ ਧੁਨੀ ਅੰਦਰ ਚੱਲਦੀ ਹੈ। ਇਹ ਉਹ ਥਾਂ ਹੈ। ਸਹਿਜ ਅਖਾੜੇ, ਉੱਥੇ ਸਹਿਜ ਦੇ ਅਖਾੜੇ ਲੱਗਦੇ ਨੇ। ਅਖਾੜੇ ਦਾ ਅਰਥ ਹੁੰਦਾ ਇਕੱਠ, ਉੱਥੇ ਸਹਿਜ ਵਾਲਿਆਂ ਦਾ ਇਕੱਠ ਹੁੰਦਾ ਹੈ। ਜਿੱਥੇ ਭਗਤ ਸਹਿਬਾਨ ਪਹੁੰਚੇ ਨੇ, ਉਹਨਾਂ ਨੇ ਉਸ ਜਗ੍ਹਾ ਦਾ ਇੱਕ ਨਾਮ ਦੱਸਿਆ, ਬੇਗਮਪੁਰਾ ਸ਼ਹਿਰ ਕੋ ਨਾਉ। ਉੱਥੇ ਕੋਈ ਗਮ ਨਹੀਂ, ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਕੋਈ ਤਕਲੀਫ ਨਹੀਂ। ਹੁਣ ਇਹ ਕੋਈ ਵੱਖਰਾ ਥਾਂ ਨਹੀਂ ਬਣਿਆ, ਇਹ ਸਾਡੇ ਅੰਦਰ ਹੀ ਬਣਨਾ ਹੈ। ਇਹ ਬੇਗਮਪੁਰਾ ਸ਼ਹਿਰ ਸਾਡੇ ਅੰਦਰ ਹੀ ਬਣਨਾ ਹੈ, ਜਿੱਥੇ ਅਸੀਂ ਸੁਰਤ ਕਰਕੇ ਪਹੁੰਚਣਾ ਹੈ ਤੇ ਗਮ ਤੋਂ ਦੂਰ ਹੋ ਜਾਣਾ ਹੈ, ਚਿੰਤਾ ਤੋਂ ਦੂਰ ਹੋ ਜਾਣਾ ਹੈ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਜਦੋਂ ਤੁਸੀਂ ਇਸ ਸ਼ਹਿਰ 'ਚ ਪਹੁੰਚੋਗੇ, ਫਿਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨਹੀ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਅੱਜ ਜਦੋਂ ਅਸੀਂ ਗੁਰੂ ਕੇ ਪਿਆਰਿਆਂ ਨੂੰ ਚੇਤੇ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਅਸੀਂ ਚੇਤੇ ਕਰਦੇ ਹਾਂ, ਉਹ ਉਸੇ ਸ਼ਹਿਰ ਦੇ ਵਾਸੀ ਨੇ। ਇੰਨੇ ਵੱਡੇ ਵੱਡੇ ਦੁੱਖ ਆ ਗਏ, ਪਰ ਉਹ ਉਸ ਸ਼ਹਿਰ ਦੇ ਵਿੱਚ ਵਸਦੇ ਆ, ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਇਆ।
वो डोले ही नहीं, घबराए ही नहीं। इन्ने इन्ने तसीए उन्होंने बाहरों दिते गए तन करके, पर वो अंदरों बेगमपुरा शहर दे विच टिके ने, जिथे गम अंदर आउंदा ही नहीं। कोई दुख, कोई चिंता, कोई तकलीफ अंदर आउंदी है, असी मन करके सुरत राही इस शहर तक पहुंचना है, जिहड़ा हजे पहुंच नहीं। हजे फिर बेनती करा, हजे ते मन नहीं समझ आ रहा, ते सफर करना ते दूर दी गल है। पहले तो असी मन समझिए, हजे तो बाणी नूं बाहर तक ही सीमित रखिया है, ये तो अंदर जा ही नहीं रही। साडे बाणी अंदर दी सोझी हो ही नहीं रही, अंदर दी समझ आ ही नहीं रही। बाहर दे प्रवाह ते प्रवाह, प्रवाह ते प्रवाह बाणी दे चल रहे हैं, पर अंदर सोझी आ ही नहीं रही। इसलिए सतगुरु महाराज ने कहा, तह तह मैंने वो थां जिहड़ा निराला हो गया अनहत बाणी नाल, ਉਹ ਥਾਂ ਜਿੱਥੇ ਧੁਨ ਹੈ। ਗੱਲ ਕਰ ਰਿਹਾ ਸੀ, ਜਿਹੜੇ ਇਸ ਥਾਂ ਤੇ ਪਹੁੰਚੇ ਆ ਉਹਦਾ ਨਾਮ ਹੈ ਬੇਗਮਪੁਰਾ। ਬੇਗਮ, ਜਿੱਥੇ ਗਮ ਐਂਟਰ ਨਹੀਂ ਕਰ ਸਕਦਾ, ਜਿੱਥੇ ਕੋਈ ਦੁੱਖ ਤਕਲੀਫ ਦੀ ਐਂਟਰੀ ਨਹੀਂ ਹੋਣੀ। ਇਹ ਉਹ ਸ਼ਹਿਰ ਹੈ ਜਿਹੜਾ ਅੰਦਰ ਹੀ ਬਣਨਾ, ਬਾਹਰ ਨਹੀਂ ਬਣਨਾ। ਹੁਣ ਜਿਹੜਾ ਇੱਥੇ ਤੱਕ ਪਹੁੰਚਿਆ ਸੀ, ਉਹਨੂੰ ਬਾਹਰੋਂ ਦੁੱਖ ਤਕਲੀਫਾਂ ਬੜੀਆਂ ਆਈਆਂ, ਬੜੇ ਤਸੀਹੇ ਉਹਨੂੰ ਦਿੱਤੇ ਗਏ, पर कोई परवाह नहीं, क्योंकि वो बेगमपुरा शहर च बैठा है, सुरत करके बैठा है, ध्यान ला के बैठा है। साडियां मातावां जिन्हां दे बच्चियां दे टुकड़े उन्हां दियां अखां सामने कीते आ, क्यों नहीं डोलदियां? क्योंकि बेगमपुरा शहर च बैठियां ने, उन्हां दी सुरत उत्थे बैठी है। नहीं तो साडे ते बच्चे नूं माड़ा जा किते कोई झरीट भी आ जाए ते तां अखां चों पानी नहीं रुकदा, भाजड़ां पै जांदियां ने, किधर जाइए किधर ना जाइए, की करिए की ना करिए। उन्हां दे अखां दे सामने टुकड़े हो रहे ने, उन्हां दी झोली विच पाए जा रहे ने, उन्हां दे ही गल विच हार पाया जा रहा है। काहदा? फुल्लां दा हार नहीं, बच्चियां दियां आंदरां दा, टुकड़ियां दा। ते ओह फिर भी अडोल हो के सोहदा रहरा साहिब दा पाठ करदियां ने। वो की सी? वो उस बेगमपुरा शहर तक पहुंच गई, जिन्होंने कोई दुख तकलीफ बाहर दा महसूस नहीं हो रहा। भाई मती दास जी, भाई सती दास, भाई दयाला जी, ये बेगमपुरा दे वासी ने। भाई मनी सिंह जी, भाई तारू सिंह जी, ये बेगमपुरा दे वासी ने। गुरु साहब जी दे चार लाल जिहड़े ने, माता गुजर कौर जी, दो साहबजादे ठंडे बुरज बैठे आ, ये बेगमपुरा विच बैठे ठंडे बुरज विच है, पर सुरत बेगमपुरा शहर च है। ताई ते ठंड भी महसूस नहीं हुंदी, ताई ते भुख भी महसूस नहीं हुंदी पई। सानू भुख भी महसूस हो रही है, ठंड भी महसूस हो रही है। क्यों हो रही है? क्योंकि हजे सुरत बेगमपुरा तक नहीं पहुंची साडी, हजे तो उरार ही फिरदे हैं। पार तां लंघना साडे लई बड़ा औखा है, ताई ते बिखम मार्ग कहा सी इहनूं भी। ये बिखम मार्ग है, ये बिखड़े राह ने जिहदे विचों लंघना है। ते जे गुरु शब्द नूं लैके चलोगे, वो बिखड़े राह तो आपे ही वो लंघाएगा, पर असी शब्द नूं लैके चलांगे तां ना। इसलिए साहब जी ने कहा, कहन लगे, तह सहज अखारे अनेक अनंता। उत्थे तुहानू अनेक अनंत ही सहज वाले अंदर नजर आउणगे, पर साडी अख उत्थे तक नहीं जा रही। फिर बार बार बेनती कर रहे हैं, अजे तो ये अख साडे मन नू नहीं वेख पा रही। वो अखारे जिहड़े अनंत ने सहज अवस्था वाले, उत्थे उहनू किदां देख लैणगे? हजे साडी अख तां साडे अपने मन नू नहीं वेख पा रही। ये मन किन्ना मैला है, किन्ना गंदला है, मन विच किन्नी जहर भरी पई है। बंदा कहंदा मेरे तो वड्डा भला मानस कौन हो सकदा है, मेरे च तां कोई बुराई नहीं है, मैं तो बड़ा चंगा इंसान है। पर मन जिदन अंदर झाती वजेगी, उदन पता लगना हम नहीं चंगे, बुरा नहीं कोई। हजे तो पता ही नहीं लग रहा। इसलिए सब कहते, तह सहज अखारे अनेक अनंता। उत्थे जिहड़ा वो मंडल है ना,
ਉੱਥੇ ਜਿਹੜੇ ਸਹਿਜ ਵਾਲੇ ਆ, ਜਿਨ੍ਹਾਂ ਅੰਦਰ ਸ਼ਬਦ ਦੀ ਧੁਨ ਜਿਹੜੀ ਆ ਉਹ ਚੱਲ ਰਹੀ ਹੈ, ਇਹ ਸਹਿਜ ਅਵਸਥਾ ਵਾਲਿਆਂ ਦੀ ਖੇਡ ਹੈ। ਉੱਥੇ 15 ਦੇ 15 ਭਗਤ ਪਹੁੰਚੇ ਹੋਏ ਨੇ, ਕਬੀਰ ਸਾਹਿਬ ਪਹੁੰਚੇ ਹੋਏ ਨੇ, ਉੱਥੇ ਬਾਬਾ ਰਵਿਦਾਸ ਜੀ ਪਹੁੰਚੇ ਹੋਏ ਨੇ, ਬਾਬਾ ਫਰੀਦ ਸਾਹਿਬ ਪਹੁੰਚੇ ਹੋਏ ਨੇ, ਭਗਤ ਧੰਨਾ ਜੀ ਪਹੁੰਚੇ ਹੋਏ ਨੇ, ਭਗਤ ਸੈਣ ਜੀ ਪਹੁੰਚੇ ਹੋਏ ਨੇ। ਉੱਥੇ ਇਹ ਭਗਤ ਜਿਹੜੇ ਨੇ ਰੱਬ ਦੇ ਪਿਆਰੇ ਉਸ ਥਾਂ ਤੇ ਪਹੁੰਚੇ ਆ ਤੇ ਉਹਨਾਂ ਦਾ ਹੀ ਜ਼ਿਕਰ ਅਸੀਂ ਕਰਦੇ ਹਾਂ। ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਅੰਦਰੋਂ ਜਾਗਦੇ ਨੇ, ਕਿਉਂਕਿ ਉੱਥੇ ਨੀਂਦ ਆਉਂਦੀ ਹੀ ਨਹੀਂ, ਉੱਥੇ ਆਲਸ ਆਉਂਦਾ ਹੀ ਨਹੀਂ। ਜਦੋਂ ਉਹ ਖੇਡ ਅੰਦਰ ਦੀ ਬਣ ਜਾਏ, ਉੱਥੇ ਫਿਰ ਆਲਸ ਨਹੀਂ ਆਉਂਦਾ, ਉੱਥੇ ਫਿਰ ਨੀਂਦ ਨਹੀਂ ਆਉਂਦੀ, ਉੱਥੇ ਊਂਘ ਵੀ ਨਹੀਂ ਆਉਂਦੀ। ਇਸ ਲਈ ਦੇਖੋ, ਸਫ਼ਰ ਕਰਦੇ ਆ ਨਾ, ਸਫ਼ਰ ਕਰਦੇ ਆ ਕਈ ਵਾਰੀ ਮਾੜਾ ਜਿਹਾ ਅੱਖ ਬੰਦ ਵੀ ਹੋਵੇ ਤੇ ਅੱਖ ਮਾੜੀ ਜੀ ਬੰਦ ਹੋਣ ਨਾਲ ਵੀ ਬੜੀ ਵੱਡੀ ਦੁਰਘਟਨਾ ਹੋ ਜਾਂਦੀ ਹੈ। ਮਾੜਾ ਜਿਹਾ ਧਿਆਨ ਹਟਿਆ ਨਹੀਂ ਤੇ ਘਟਨਾ ਵਾਪਰ ਜਾਂਦੀ ਹੈ। ਇੱਥੇ ਧਿਆਨ ਹਟਦਾ ਹੀ ਨਹੀਂ, ਇੱਥੇ ਅੱਖ ਬੰਦ ਹੁੰਦੀ ਨਹੀਂ, ਊਂਘ ਆਉਂਦੀ ਹੋਈ ਨਹੀਂ ਹੈ। ਅਸੀਂ ਇੱਥੇ ਪਹੁੰਚਣਾ ਚਾਹੁੰਦੇ ਹਾਂ, ਇਸੇ ਲਈ ਗੁਰੂ ਦੁਆਰੇ ਆਉਣਾ, ਕਿਉਂਕਿ ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ। ਇਸ ਲਈ ਆਉਣਾ ਸੀ ਗੁਰਦੁਆਰੇ, ਪਰ ਅਸੀਂ ਬਣਾ ਹੋਰ ਅਵਸਥਾ ਵਿੱਚ ਦਿੱਤੇ। ਅਸੀਂ ਹੋਰ ਜਿਹੜੀਆਂ ਨੇ ਮਤਲਬ ਲਈ ਬਣਾ ਕੇ ਰੱਖ ਦਿੱਤੇ ਆ, ਪਰ ਅਸੀਂ ਅਸਲ ਵਿੱਚ ਗੁਰੂ ਦਾ ਦਰ ਇਸ ਲਈ ਬਣਾਇਆ ਕਿ ਆਹ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਇਸ ਅਵਸਥਾ ਤੇ ਪਹੁੰਚੀਏ। ਤਹ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਉੱਥੇ ਤੁਹਾਨੂੰ ਪਾਰ ਬ੍ਰਹਮ ਦੇ ਸੰਗੀ ਮਿਲਣਗੇ, ਜਿਹੜੇ ਸੰਤਾ ਸ਼ਾਂਤ ਸੁਭਾਅ ਵਾਲੇ ਹੋਣਗੇ। ਅੱਜ ਤੇ ਆਪਾਂ ਸੰਗੀ ਵੀ, ਕੋਈ ਕਹਿੰਦਾ ਜੀ ਇਹ ਫਲਾਣੇ ਦਾ ਸੰਗੀ ਹੈ, ਕੋਈ ਕਹਿੰਦਾ ਇਹ ਫਲਾਣੇ ਦਾ ਸੰਗੀ ਹੈ, ਕੋਈ ਕਹਿੰਦਾ ਇਹ ਫਲਾਣੇ ਦਾ ਸੰਗੀ ਹੈ। ਇਹ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਜਿੰਨੀਆਂ ਵੀ ਸੁਸਾਇਟੀਆਂ ਬਣੀਆਂ ਹੋਈਆਂ ਨੇ, ਉਹਨਾਂ ਦਾ ਮਕਸਦ ਕੀ ਸੀ? ਉਹਨਾਂ ਦਾ ਮਕਸਦ ਸੀ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵਾ। ਇਹ ਸੁਸਾਇਟੀਆਂ ਦਾ ਮਤਲਬ ਸੀ ਘਰ ਘਰ ਅੰਦਰ ਕੀਰਤਨ, ਆ ਧੁਨ ਚੱਲ ਪਵੇ। ਪਰ ਅਸੀਂ ਤੇ ਆਪਣੇ ਆਪਣੇ ਸੰਗੀਆਂ 'ਚ ਵੰਡੇ ਗਏ। ਇਹ ਫਲਾਣੇ ਦਾ ਸੰਗੀ ਹੈ, ਇਹ ਫਲਾਣੇ ਦਾ ਸੰਗੀ ਹੈ, ਫਲਾਣੇ ਦਾ ਸੰਗੀ ਹੈ। ਇਹਦਾ ਸੰਗੀ ਉਹਦੇ ਸੰਗੀਆਂ 'ਚ ਕੀ ਕਰਦਾ? ਇੱਥੇ ਤੇ ਅਸੀਂ ਹਜੇ ਟਿਕੇ ਪਏ ਹਾਂ। ਇੱਥੇ ਫਲਾਣੇ ਦਾ ਸੰਗੀ ਹੈ, ਇਹ ਫਲਾਣੀ ਦੇ ਸੰਗੀ ਵਿੱਚ ਸੰਗੀਆਂ 'ਚ ਕੀ ਕਰਦਾ? ਇਹਨੂੰ ਅੱਜ ਤੋਂ ਬਾਅਦ ਆਪਣੇ ਸੰਗੀਆਂ 'ਚ ਨਹੀਂ ਅਸੀਂ ਰਲਾਉਣਾ ਬਿਠਾਉਣਾ। ਇਹ ਫਲਾਣਿਆਂ ਦੀ ਸੰਗੀ ਦੇ ਵਿੱਚ ਬੈਠਾ, ਅਸੀਂ ਹਜੇ ਇਹਨਾਂ 'ਚ ਹੀ ਉਲਝੇ ਪਏ ਹਾਂ। ਹਜੇ ਇੱਥੇ ਕਿੱਥੇ ਪਹੁੰਚਣਾ ਜਿੱਥੇ ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਕੇ ਸੰਗੀ ਸੰਤਾ। ਅਸੀਂ ਸਾਰੇ ਉਸ ਪਰਮੇਸ਼ਵਰ ਦੇ ਸੰਗੀ ਬਣਨਾ। ਅਸੀਂ ਉਹਦਾ ਸੰਗ ਕਰਨ ਵਾਸਤੇ ਆਏ ਹਾਂ, ਇੱਥੇ ਆਪਣੇ ਆਪਣੇ ਸੰਗੀ ਬਣਾਉਣ ਵਾਸਤੇ ਨਹੀਂ। ਅਸੀਂ ਤੇ ਉਸ ਮਾਲਕ ਦੇ ਸੰਗੀ। ਗੁਰੂ ਸਾਹਿਬ ਨੇ ਕਿਹਾ ਮੇਰਾ ਸਾਰਾ ਹੀ ਪਰਿਵਾਰ ਹੈ, ਤੇ ਪਰਿਵਾਰ ਆਪਣਾ ਆਪਣਾ ਵੰਡ ਕੇ ਬੈਠਾ ਹੋਇਆ ਹੈ। ਇਹ ਮੇਰੇ ਪਰਿਵਾਰ ਦਾ ਹਿੱਸਾ ਹੈ, ਮੇਰੇ ਪਰਿਵਾਰ ਦਾ ਹਿੱਸਾ ਹੈ। ਪਰ ਗੁਰੂ ਸਾਹਿਬ ਨੇ ਤਾਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਸਭਨਾਂ ਨੂੰ ਕਹਿ ਦਿੱਤਾ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਸ ਲਈ ਸਾਹਿਬ ਜੀ ਕਹਿੰਦੇ ਜਿਹੜਾ ਤਹਿ ਮਨੇ ਉਹ ਥਾਂ, ਹਿਰਦੇ ਰੂਪੀ ਥਾਂ ਜਿੱਥੇ ਸੁਰਤ ਨੇ ਜਾ ਕੇ ਇਹ ਸਾਰੀ ਖੇਡ ਵੇਖਣੀ ਹੈ। ਤਹਿ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਸੰਤਾ ਮੈਨੇ ਸ਼ਾਂਤ ਸੁਭਾਅ, ਜਿਨ੍ਹਾਂ ਦੇ ਇੰਦਰੇ ਸ਼ਾਂਤ ਹੋ ਗਏ ਨੇ। ਉੱਥੇ ਸਹਿਜ ਅਵਸਥਾ ਵਾਲਿਆਂ ਦੇ ਤੁਹਾਨੂੰ ਅਸਥਾਨ ਜਿਹੜੇ ਨੇ ਨਜ਼ਰ ਵਿੱਚ ਆਉਣਗੇ, ਜਿਨ੍ਹਾਂ ਵਿੱਚ ਵਾਹਿਗੁਰੂ ਦੇ ਸੰਗੀ ਸਾਥੀ ਤੁਹਾਨੂੰ ਦਿਸਣਗੇ। ਬਾਹਰੋਂ ਤੇ ਹਜੇ ਸਾਨੂੰ ਵੱਖਰੇ ਵੱਖਰੇ ਦਿਸ ਰਹੇ ਆ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਕਿ ਜੇ ਤੁਸੀਂ ਪਾਰ ਬ੍ਰਹਮ ਕੇ ਸੰਗੀ ਸੰਤਾ ਬਣਨਾ ਨਾ, ਪਹਿਲੇ ਪੰਗਤ ਪਾਛੈ ਸੰਗਤ। ਪਹਿਲੇ ਪੰਗਤ ਕਰੋ ਤਾਂ ਕਿ ਤੁਹਾਡੇ ਮਨਾਂ ਚੋਂ ਵਿਤਕਰੇ ਨਿਕਲ ਸਕਣ, ਤੁਹਾਡੇ ਮਨਾਂ ਵਿੱਚੋਂ ਭੁਲੇਖੇ ਨਿਕਲ ਸਕਣ, ਊਚ ਨੀਚਤਾ ਦੇ, ਅਮੀਰੀ ਗਰੀਬੀ ਦੇ। ਸਾਨੂੰ ਉਲਝਾਇਆ ਕਿਉਂ ਗਿਆ ਜਾਤਾਂ ਪਾਤਾਂ ਵਿੱਚ, ਤਾਂ ਕਿ ਤੁਸੀਂ ਇੱਥੇ ਤੱਕ ਪਹੁੰਚ ਹੀ ਨਾ ਸਕੋ।
ਸਾਨੂੰ ਬਾਹਰ ਦੀਆਂ ਬਰਾਦਰੀਆਂ ਵਿੱਚ, ਜਾਤਾਂ ਵਿੱਚ, ਕੁੱਲ ਵਿੱਚ ਉਲਝਾ ਕੇ ਰੱਖ ਦਿੱਤਾ। ਬਸ ਆਪਣੀ ਆਪਣੀ ਬਰਾਦਰੀ ਵਿੱਚ ਉਲਝ ਗਏ ਅਸੀਂ। ਇਸ ਲਈ ਜਿੱਥੇ ਪਾਰ ਬ੍ਰਹਮ ਕੇ ਸੰਗੀ ਸੰਤਾ, ਇੱਥੇ ਕੋਈ ਜਾਤ ਨਹੀਂ, ਕੋਈ ਕੁੱਲ ਨਹੀਂ, ਕੋਈ ਬਰਾਦਰੀ ਨਹੀਂ, ਕਿਉਂਕਿ ਇੱਥੇ ਸਰੀਰ ਦੀ ਵੀ ਪਕੜ ਖਤਮ ਹੋ ਜਾਣੀ ਹੈ। ਅਜੇ ਤੇ ਸਰੀਰ ਦੀ, ਕਿਉਂਕਿ ਜਾਤ ਪਾਤ ਕਿਹਦੀ ਹੈ? ਸਰੀਰ ਦੀ। ਬਰਾਦਰੀ ਕਿਹਦੀ ਹੈ? ਸਰੀਰ ਦੀ। ਕੁੱਲ ਕਿਹਦੀ ਹੈ? ਸਰੀਰ ਦੀ। ਆਤਮਕ ਤਲ ਤੇ ਉਸ ਰੱਬੀ ਅਗੰਮੀ ਰੂਪ ਜਿਹੜਾ ਹੈ, ਉਹਦੀ ਤੇ ਕੋਈ ਕੁੱਲ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਨਾ ਉੱਥੇ ਅਮੀਰੀ ਹੈ, ਨਾ ਉੱਥੇ ਗਰੀਬੀ ਹੈ। ਇਹ ਜਿੰਨੇ ਵਿਤਕਰੇ ਨੇ ਤਨ ਕਰਕੇ ਬਣੇ ਹੋਏ ਨੇ। ਅਸੀਂ ਤਨ ਦੀ ਪਕੜ ਹੀ ਨਹੀਂ ਛੱਡ ਰਹੇ ਹਾਂ, ਅਜੇ ਤਨ ਦੀ ਪਕੜ ਬਣੀ ਹੋਈ ਹੈ। ਪਰ ਜਿੱਦਨ ਅਗੰਮੀ ਰੂਪ ਤੱਕ ਪਹੁੰਚਣਾ, ਅਗੰਮ ਰੂਪ ਕਾ ਮਨ ਮੈਂ ਥਾਨਾ, ਜਦੋਂ ਮਨ ਰਾਹੀਂ ਉਸ ਥਾਂ ਤੇ ਪਹੁੰਚਾਂਗੇ, ਉੱਥੇ ਸਰੀਰ ਦੀ ਪਕੜ ਖਤਮ ਹੋ ਜਾਏਗੀ। ਹਜੇ ਤੇ ਆਪਸ ਵਿੱਚ ਧਰਮਾਂ ਦੇ ਨਾਮ ਤੇ ਉਲਝ ਰਹੇ ਹਾਂ, ਕਤਲੇਆਮ ਕਰ ਰਹੇ ਹਾਂ, ਨਫ਼ਰਤ ਫੈਲਾਈ ਜਾ ਰਹੀ ਹੈ। ਅੱਜ ਜਿਸ ਮੋੜ ਤੇ ਅਸੀਂ ਖੜੇ ਹਾਂ, ਕੀ ਹੈ? ਧਰਮ ਦੇ ਨਾਮ ਤੇ ਨਫ਼ਰਤ ਫੈਲਾਈ ਜਾ ਰਹੀ ਹੈ। ਸਾਨੂੰ ਸਮਝਣਾ ਪੈਣਾ ਹੈ, ਉਹ ਜਿਹੜੇ ਨਫ਼ਰਤ ਫੈਲਾਉਣ ਵਾਲੇ ਨੇ, ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਇਹ ਸਾਨੂੰ ਨਫ਼ਰਤ ਫੈਲਾ ਕੇ ਧਰਮ ਦੇ ਨਾਂ ਤੇ ਹੀ ਲੜਾਉਣਾ ਚਾਹੁੰਦੇ ਆ, ਧਰਮ ਦੇ ਨਾਮ ਤੇ ਹੀ ਕਤਲੇਆਮ ਕਰਾਉਣਾ ਚਾਹੁੰਦੇ ਆ। ਪਰ ਕਿਹੜਾ ਧਰਮ ਕਹਿੰਦਾ ਤੁਸੀਂ ਕਤਲੇਆਮ ਕਰੋ? ਕਿਹੜਾ ਧਰਮ ਕਹਿੰਦਾ ਤੁਸੀਂ ਆਪਸ ਵਿੱਚ ਝਗੜੋ? ਕੋਈ ਧਰਮ ਨਹੀਂ ਸਾਨੂੰ ਵੈਰ ਕਰਨਾ ਸਿਖਾਉਂਦਾ, ਪਰ ਕਰਾਇਆ ਜਾ ਰਿਹਾ, ਵੈਰ ਪਾਇਆ ਜਾ ਰਿਹਾ। ਕਿਉਂਕਿ ਜਿਹੜਾ ਸ਼ਰਾਰਤੀ ਅੰਸਰ ਹੈ ਨਾ, ਉਹ ਚਾਹੁੰਦਾ ਹੀ ਨਹੀਂ ਕਿ ਤੁਸੀਂ ਇਕੱਠੇ ਹੋ ਸਕੋ। ਉਹ ਸਾਨੂੰ ਉਲਝਾ ਕੇ ਰੱਖਣਾ ਚਾਹੁੰਦਾ ਹੈ, ਔਰ ਲੋਕ ਉਲਝ ਵੀ ਰਹੇ ਨੇ। ਇਸ ਲਈ ਸਤਿਗੁਰੂ ਮਹਾਰਾਜ ਨੇ ਕਿਹਾ, ਉਸ ਥਾਂ ਉੱਤੇ ਜਿਹੜੇ ਅਖਾਰੇ, ਅਖਾਰੇ ਦਾ ਅਰਥ ਹੈ ਇਕੱਠ ਹੁੰਦਾ ਨਾ, ਉੱਥੇ ਰੱਬੀ ਪਿਆਰਿਆਂ ਦਾ ਇਕੱਠ ਹੁੰਦਾ ਹੈ। ਉੱਥੇ ਰੱਬ ਦੇ ਪਿਆਰੇ ਰੰਗ ਵਿੱਚ ਰੰਗਣ ਵਾਲੇ ਜਿਹੜੇ ਸ਼ਾਂਤ ਸੁਭਾਅ ਦੇ ਹੁੰਦੇ ਆ, ਉੱਥੇ ਉਹਨਾਂ ਦਾ, ਉੱਥੇ ਸਾਧੂ ਜਨਾਂ ਦਾ, ਰੱਬ ਦੇ ਪਿਆਰਿਆਂ ਦਾ ਇਕੱਠ ਹੁੰਦਾ ਹੈ। ਜਿੱਥੇ ਤਾਂ ਕੀ ਧੁਨ ਮੋਹੇ ਗੋਪਾਲਾ, ਜਿੱਥੇ ਉਸ ਰੱਬੀ ਨਾਮ ਦੀ ਧੁਨ ਚੱਲ ਰਹੀ ਹੁੰਦੀ ਹੈ, ਉੱਥੇ ਫਿਰ ਪਾਰ ਬ੍ਰਹਮ ਦੇ ਸੰਗੀ ਹੁੰਦੇ ਨੇ। ਫਿਰ ਬਾਹਰ ਦੇ ਇਹ ਵਖੇਵਾਂ, ਬਾਹਰ ਦੀਆਂ ਵੰਡੀਆਂ, ਇਹ ਸਭ ਕੁਝ ਮੁੱਕ। ਜਿਵੇਂ ਕਈ ਵਾਰ ਆਪਾਂ ਪੜ੍ਹਿਆ ਕਿ ਇਹ ਉਹ ਅਵਸਥਾ ਹੈ ਜਿੱਥੇ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਉਹ ਥਾਂ ਹੈ ਜਿੱਥੇ ਨਾ ਕੋ ਵੈਰੀ ਨਹੀਂ ਬੇਗਾਨਾ। ਜਿੱਥੇ ਅਸੀਂ ਟਿਕੇ ਹਾਂ ਉੱਥੇ ਤੇ ਵੈਰੀ ਵੈਰੀ ਨੇ, ਉੱਥੇ ਤੇ ਬੇਗਾਨੇ ਹੀ ਬੇਗਾਨੇ ਨੇ। ਗੁਰੂ ਇੱਕ ਹੈ, ਬਾਣੀ ਇੱਕ ਹੈ, ਅੰਮ੍ਰਿਤ ਇੱਕ ਹੈ। ਫਿਰ ਅਸੀਂ ਬੇਗਾਨੇ ਕਿੱਦਾਂ ਹੋ ਗਏ ਆਪਣਿਆਂ ਦੇ? ਫਿਰ ਅਸੀਂ ਆਪਣੇ ਹੀ ਆਪਣਿਆਂ ਨਾਲ ਵੈਰ ਕਿਉਂ ਕਮਾ ਰਹੇ ਹਾਂ? ਕਿਉਂਕਿ ਇੱਕ ਗੁਰੂ, ਇੱਕ ਬਾਣੀ, ਇੱਕ ਅੰਮ੍ਰਿਤ ਦੀ ਸਮਝ ਨਹੀਂ ਆਈ ਸਾਨੂੰ ਹਜੇ ਤੇ ਖੰਡੇ ਦੀ ਪੌਲ ਨਹੀਂ ਸਮਝ ਸਕੇ, ਤੇ ਅੰਮ੍ਰਿਤ ਦੇ ਉਸ ਕੁੰਟ ਤੱਕ ਕਿੱਦਾਂ ਪਹੁੰਚਾਂਗੇ? ਸਤਿਗੁਰੂ ਮਹਾਰਾਜ ਨੇ ਕਿਹਾ, ਉੱਥੇ ਤੁਹਾਨੂੰ ਪਾਰ ਬ੍ਰਹਮ ਦੇ ਸੰਗੀ ਹੀ, ਰੱਬ ਦੇ ਪਿਆਰੇ ਹੀ ਉਸ ਅਨਹਦ ਧੁਨੀ ਵਿੱਚ ਲੀਨ ਹੋਏ ਹੋਏ ਨਜ਼ਰੀ ਆਉਂਦੇ ਹਨ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲਾਂ ਸਾਰੀ ਗੱਲ ਸਮਝਾਈ, ਔਰ ਇੱਕ ਗੱਲ ਕਲੀਅਰ ਕਰ ਦਿੱਤੀ ਮਹਾਰਾਜ ਨੇ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ। ਇਹ ਗੁਰੂ ਕਿਰਪਾ ਨਾਲ ਹੀ ਕਿਸੇ ਵਿਰਲੇ ਨੇ ਜਾਣਿਆ ਹੈ। ਇਹਦਾ ਮਤਲਬ ਗੁਰੂ ਘਰ ਨਾਲ ਜੁੜਨਾ ਪੈਣਾ, ਗੁਰੂ ਦਰ ਨਾਲ ਜੁੜਨਾ ਪੈਣਾ। ਔਰ ਇਹ ਗੁਰੂ ਸਾਹਿਬ ਕਹਿੰਦੇ ਇਹ ਵੀ ਨਹੀਂ ਕਿ ਜਦੋਂ ਤੁਸੀਂ ਗੁਰੂ ਘਰ ਨਾਲ ਜੁੜੋਗੇ, ਜਿਹੜਾ ਅੰਮ੍ਰਿਤ ਕੁੰਟ ਤੁਹਾਨੂੰ ਮਿਲਣਾ, ਅੰਮ੍ਰਿਤ ਬਾਣੀ ਮਿਲਣੀ ਹੈ, ਉਹ ਇਹ ਵੀ ਨਹੀਂ ਕਿ ਗੁਰੂ ਕੋਈ ਦਾਵਾ ਕਰਦਾ ਹੋਵੇ ਕਿ ਇਹ ਮੇਰਾ ਹੈ। ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ। ਗੁਰੂ ਸਾਹਿਬ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ। ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ। ਗੁਰੂ ਸਾਹਿਬ ਨੇ ਕਿਹਾ ਧੁਰ ਕੀ ਬਾਣੀ ਆਈ, ਇਹ ਧੁਰੋਂ ਆਈ ਹੈ। ਇਹ ਉਸ ਪਰਮੇਸ਼ਵਰ ਨੇ ਇਹ ਬਖਸ਼ਿਸ਼ ਗੁਰੂ ਨੂੰ ਦਿੱਤੀ ਹੈ ਤਾਂ ਕਿ ਇਹ ਦੁਨੀਆ ਨੂੰ ਵੰਡੀ ਜਾ ਸਕੇ। ਹੁਣ ਜਿਹਨੂੰ ਬਖਸ਼ਿਸ਼ ਦਿੱਤੀ ਹੈ ਉਹਦੀ ਸੋਝੀ ਕੋਈ ਨਹੀਂ, ਤੇ ਜਿਹੜਾ ਵੰਡਦਾ ਪਿਆ ਉਹਦੇ ਮਗਰ ਅਸੀਂ ਲੱਗੇ ਹੋਏ ਹਾਂ।
ਉਹਨੂੰ ਪਤਾ ਹੀ ਕੱਖ ਨਹੀਂ, ਜਿਹੜਾ ਵੰਡਣ ਲੱਗਾ ਉਹਨੂੰ ਪਤਾ ਹੀ ਕੱਖ ਨਹੀਂ, ਤੇ ਜਿਹਦੇ ਕੋਲ ਖਜ਼ਾਨਾ ਭਰਿਆ ਉਹਨੂੰ ਅਸੀਂ ਸਮਝਣ ਨੂੰ ਤਿਆਰ ਨਹੀਂ। ਗੁਰੂ ਸਾਹਿਬ ਦਾ ਵੀ ਹੁਕਮ ਸੁਣਦੇ ਆ, ਆ ਜਿਹੜੇ ਬੈਠੇ ਨੇ ਆਪਣੇ ਆਪਣੀਆਂ ਥਾਵਾਂ ਮੱਲ ਕੇ ਉਹਨਾਂ ਦੇ ਵੀ ਸੁਣਦੇ ਆ, ਪਰ ਦੇਖੋ ਮਗਰ ਕਿਹਦੇ ਲੱਗਦੇ ਆ। ਆਵਾਜ਼ ਤਾਂ ਗੁਰੂ ਦੀ ਵੀ ਸੁਣੀ ਸੀ, ਆਵਾਜ਼ ਉਹਨਾਂ ਦੇ ਧਾਰੀਆਂ ਦੀ ਵੀ ਸੁਣਦੇ ਆ, ਪਰ ਮਗਰ ਕਿਹਦੇ ਲੱਗਦੇ ਆ। ਇਹ ਆਪਣੇ ਆਪਣੇ ਜੀਵਨ ਵਿੱਚ ਝਾਤੀ ਮਾਰੋ ਕਿ ਅਸੀਂ ਗੁਰੂ ਮਗਰ ਕਿੰਨਾ ਕੁ ਲੱਗਦੇ ਆ, ਗੁਰੂ ਮਗਰ ਕਿੰਨਾ ਕੁ ਤੁਰਦੇ ਆ। ਜਿਹੜੇ ਤੁਰਦੇ ਆ ਮੁਬਾਰਕ ਹੈ। ਇਸ ਲਈ ਸਾਹਿਬ ਨੇ ਕਿਹਾ ਸੋ ਘਰ ਜਿਸ ਘਰ 'ਚ ਤੁਹਾਨੂੰ ਪਹੁੰਚਾਉਣਾ ਹੈ ਨਾ, ਜਿੱਥੇ ਕੋਈ ਹਰਖ ਸੋਗ ਨਹੀਂ, ਦੁੱਖ ਸੁੱਖ ਨਹੀਂ, ਕੋਈ ਵਾਧਾ ਘਾਟਾ ਨਹੀਂ, ਜਿੱਥੇ ਕੋਈ ਖੁਸ਼ੀ ਗਮੀ ਵੱਧ ਘੱਟ ਨਹੀਂ ਹੁੰਦੀ ਹੈ, ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ, ਉਹ ਘਰ ਪਰਮੇਸ਼ਵਰ ਨੇ ਗੁਰੂ ਨੂੰ ਦਿੱਤਾ ਹੈ। ਤੇ ਜੇ ਖੁਸ਼ੀਆਂ ਲੈਣੀਆਂ ਤੇ ਉਸ ਗੁਰੂ ਕੋਲ ਆਓ। ਸੱਚੀ ਬਾਣੀ ਗੁਰੂ ਨੂੰ ਦਿੱਤੀ ਹੈ, ਕੱਚੀ ਬਾਣੀ ਤਾਂ ਜਿੱਥੋਂ ਮਰਜ਼ੀ ਲੈ ਲਓ, ਤੁਸੀਂ ਜਿੱਧਰ ਮਰਜ਼ੀ ਚਲੇ ਜਾਓ, ਪਰ ਸੱਚੀ ਬਾਣੀ ਤੁਹਾਨੂੰ ਗੁਰੂ ਘਰ ਚੋਂ ਮਿਲਣੀ ਆ, ਕਿਉਂਕਿ ਰੱਬ ਨੇ ਸੱਚੀ ਬਾਣੀ ਦਾ ਖਜ਼ਾਨਾ ਗੁਰੂ ਨੂੰ ਦਿੱਤਾ ਹੈ। ਹੁਣ ਧਿਆਨ ਲਾ ਕੇ ਸੁਣਿਓ। ਸੋ ਘਰ, ਸੋ ਮੈਨੇ ਉਹ, ਜਿੱਥੇ ਸੱਸੇ ਨੂੰ ਹੋੜਾ ਲੱਗ ਜਾਏ ਉਹਦਾ ਅਰਥ ਹੁੰਦਾ ਉਹ, ਤੇ ਜੇ ਸੱਸੇ ਨਾਲ ਊੜਾ ਲੱਗਾ ਹੋਵੇ ਫਿਰ ਉਹਦੀ ਉਹ ਗਿਣਤੀ ਦਾ 100 ਹੁੰਦਾ ਹੈ। ਜੇ 100 ਚੰਦਾ ਉਗਵੇਂ, ਉੱਥੇ ਸੱਸੇ ਨਾਲ ਊੜਾ ਲੱਗਾ ਹੋਇਆ, ਉਹਦਾ ਅਰਥ ਹੈ ਗਿਣਤੀ ਦਾ 100। ਇੱਥੇ ਸੱਸੇ ਨੂੰ ਹੋੜਾ ਲੱਗਾ, ਸੋ ਮੈਨੇ ਉਹ, ਜਿਸ ਘਰ ਦੀ ਗੱਲ ਹੋ ਰਹੀ ਹੈ, ਜਿਹਦੀ ਗੱਲ ਹੋ ਰਹੀ ਹੈ, ਸੋ ਮੈਨੇ ਉਹ। ਕਹਿੰਦੇ ਸੋ ਘਰ, ਉਹ ਘਰ ਜਿੱਥੇ ਅਨਹਤ ਬਾਣੀ ਹੈ, ਉਹ ਘਰ ਜਿੱਥੇ ਅੰਮ੍ਰਿਤ ਕੁੰਟ ਹੈ, ਉਹ ਘਰ ਕਹਿੰਦੇ ਗੁਰ ਨਾਨਕ ਕੋ ਦੀਆ। ਉਹ ਘਰ ਗੁਰੂ ਨੂੰ ਨੇ, ਨਾਨਕ ਭਾਵ ਗੁਰੂ ਅਰਜਨ ਦੇਵ ਜੀ, ਮੈਨੂੰ ਉਹ ਗੁਰੂ ਨੇ ਉਹ ਘਰ ਦਿੱਤਾ। ਤੇ ਗੁਰੂ ਦਾ ਗੁਰੂ ਕੌਣ ਹੈ? ਚਲੋ ਆਪਾਂ ਤੇ ਗੁਰੂ ਮੰਨਦੇ ਨਾ, ਗੁਰੂ ਦਾ ਗੁਰੂ ਕੌਣ ਹੈ? ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਪਰ ਗੁਰੂ ਦਾ ਵੀ ਗੁਰੂ ਕੌਣ ਹੈ? ਸਾਹਿਬ ਕਹਿੰਦੇ ਸ਼ਬਦ ਗੁਰੂ। ਤੇ ਸਾਨੂੰ ਕਿਹਦੇ ਨਾਲ ਜੋੜਿਆ? ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਨਾਲ ਨਾ ਜੁੜ, ਤੂੰ ਜੁੜਨਾ ਹੈ ਤੇ ਸ਼ਬਦ ਗੁਰੂ ਨਾਲ ਜੁੜ। ਸਾਨੂੰ ਜੋੜਿਆ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਨਾਲ। ਤੇ ਗੁਰੂ ਗੋਬਿੰਦ ਸਿੰਘ ਜੀ ਕਿਹਦੇ ਲੜ ਲਾ ਕੇ ਗਏ ਆ? ਸ਼ਬਦ ਗੁਰੂ ਦੇ ਹੀ ਲੜ ਲਾ ਕੇ ਗਏ ਆ। ਫਿਰ ਵਿੱਚੋਂ ਵੀ ਸਾਨੂੰ, ਅਸੀਂ ਡੋਲ ਨਾ ਜਾਈਏ ਤੇ ਵਿੱਚੋਂ ਵੀ ਹਲੂਣਾ ਦਿੱਤਾ ਹੈ। ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਉਹ ਅਨਹਦ ਰਸ ਅੰਮ੍ਰਿਤ ਕੁੰਟ ਤੁਹਾਨੂੰ ਗੁਰੂ ਬਾਣੀ ਵਿੱਚੋਂ ਮਿਲਣਾ ਹੈ। ਤਾਂ ਹੀ ਤੇ ਕਿਹਾ ਸੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇੱਥੇ ਅੰਮ੍ਰਿਤ ਮਿਲਣਾ ਹੈ, ਇੱਥੇ ਅੰਮ੍ਰਿਤ ਕੁੰਟ ਹੈ। ਜੇ ਤੁਸੀਂ ਅੰਦਰ ਤੱਕ ਪਹੁੰਚਣਾ ਹੈ ਤੇ ਫਿਰ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਕਿਉਂਕਿ ਇਹ ਜਿਹੜਾ ਖਜ਼ਾਨਾ ਦਿੱਤਾ ਹੈ ਇਹ ਗੁਰ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਨੂੰ ਬਖਸ਼ਿਆ, ਮੈਂ ਉਸੇ ਘਰ ਤੁਹਾਨੂੰ ਪਹੁੰਚਾਉਣਾ ਚਾਹੁੰਦਾ। ਜਿਹੜਾ ਘਰ ਮੈਨੂੰ ਦਿੱਤਾ ਹੈ ਨਾ ਮਾਲਕ ਨੇ, ਉਸੇ ਘਰ ਦਾ ਵਾਸੀ ਤੁਹਾਨੂੰ ਬਣਾਉਣਾ ਚਾਹੁੰਦਾ। ਤੁਸੀਂ ਵੀ ਦੁੱਖ ਸੁੱਖ ਤੋਂ ਨਿਆਰੇ ਹੋ ਕੇ ਜੀਓ, ਤੁਸੀਂ ਵੀ ਸਦਾ ਆਨੰਦ ਵਿੱਚ, ਵਿਗਾਸ ਵਿੱਚ। ਜਿਹੜੇ ਭਗਤ ਜਿਸ ਘਰ ਵਿੱਚ ਵਸਦੇ ਆ, ਨਾਨਕ ਭਗਤਾਂ ਸਦਾ ਵਿਗਾਸ, ਉਸ ਵਿਗਾਸ ਵਿੱਚ ਤੁਸੀਂ ਵੀ ਰਹੋ, ਤੁਸੀਂ ਵੀ ਜੀਓ। ਤੁਹਾਨੂੰ ਵੀ ਕੋਈ ਦੁੱਖ ਸੁੱਖ ਡੁਲਾ ਨਾ ਸਕੇ, ਕੋਈ ਖੁਸ਼ੀ ਗਮੀ ਵਾਧਾ ਘਾਟਾ ਆਸਾ ਮਨਸਾ ਤੁਹਾਡੇ ਮਨ ਨੂੰ ਡੁਲਾ ਨਾ ਸਕੇ, ਤੁਹਾਡੇ ਅੰਦਰ ਸਹਿਜ ਬਣ ਜਾਏ। ਇਸ ਲਈ ਉਹ ਘਰ ਤੁਹਾਨੂੰ ਵੀ ਦੇ ਦਿੱਤਾ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਵੋਚ ਹੈ, ਖੋਜ ਸ਼ਬਦ ਮੈਂ। ਉਹ ਸ਼ਬਦ ਰੂਪੀ ਘਰ ਦੇ ਦਿੱਤਾ। ਤੇ ਜੇ ਤੁਸੀਂ ਉਸ ਘਰ ਦੇ ਵਾਸੀ ਬਣਨਾ ਤੇ ਫਿਰ ਗੁਰੂ ਘਰ ਆਉਣਾ ਹੀ ਪੈਣਾ, ਸ਼ਬਦ ਗੁਰੂ ਨਾਲ ਜੁੜਨਾ ਹੀ ਪੈਣਾ। ਤੇ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਅਸੀਂ ਅਰਦਾਸ ਕਰੀਏ, ਮਹਾਰਾਜ ਜੀ ਇਸ ਘਰ ਦੇ ਸਾਨੂੰ ਵਾਸੀ ਬਣਾਓ, ਭਗਤੀ ਦਾ ਜਾਗ ਸਾਡੇ ਅੰਦਰ ਲਾ ਦਿਓ, ਤਾਂ ਕਿ ਅਸੀਂ ਭਗਤੀ ਦੇ ਵਿੱਚ ਲੀਨ ਹੋ ਕੇ ਅੰਦਰ ਦੀ ਧੁਨ ਨਾਲ ਉਸ ਮਾਲਕ ਨੂੰ ਆਪਣੇ ਵਸ ਪਾਵ ਨੂੰ ਮੋਹਿਤ ਕਰ ਸਕੀਏ।
ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ। ਉਹ ਤਾਂ ਅੰਦਰੋਂ ਮੋਹਿਤ ਹੋਣਾ ਜੇ ਅੰਦਰ ਭਗਤੀ ਦਾ ਰੰਗ ਚੜ੍ਹੇਗਾ। ਭਗਤੀ ਦਾ ਰੰਗ ਤਾਂ ਚੜ੍ਹੇਗਾ ਜੇ ਮਨ ਵਿੱਚੋਂ ਵਿਕਾਰਾਂ ਦੀ ਗੰਦਗੀ ਨਿਕਲੇਗੀ। ਇਹ ਬਾਣੀ ਦਾ ਅਭਿਆਸ ਇਸ ਤਲ ਤੇ ਆਪਾਂ ਰਲ ਮਿਲ ਕੇ ਕਰੀਏ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ। ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਪਾਵਨ ਸ਼ਬਦ ਦੀ ਵਿਚਾਰ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਜੋ ਸਮਾਂ ਮਿਲ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ